वाहिगुरु जी का खालसा वाहिगुरु जी की फतेह। हे प्राणनाथ गोविंद कृपा निधान जगत गुरु, हे संसार ताप हरण करुणामय सब दुख हरो। हे शरण जोग दयाल दीनानाथ मया करो। शरीर स्वस्थ खीण समय सिमरंत नानक राम दमोदर माधव। तरजी अरेक टेक तू लाहे बडाणी आस। नानक नाम ध्याई है कारज आवे रास। धन धन श्री गुरु ग्रंथ साहिब महाराज जी पावन हजूरी विच महापुरुषों की तपोस्थल भूमि और शहीदों का स्थान डेरा बाबा झंडा साहिब, इस स्थान पर इकट्ठे होके ब्रह्म सरोत्री ब्रह्मनेष्ठी सत्कारयोग संत बाबा नारायण सिंह जी जिन्हों की सालाना याद मना रहे हो, आओ मन बिरतियां एकागर करो, गुरु फतेह की सांझ पाओ। वाहिगुरु जी का खालसा वाहिगुरु जी की फतेह। महाराज बचन करते ने, आया सफल ताहू को गणिए जास रसन हर हर मुख भणिए। गौर करना, गल्लां तो मैं सीधियां साधियां जिहियां करनियां तुहाडी समझ आ जाण, पर अर्थ उन्हां दा मैं थोड़ा जिहा डूंघाई वल लैके जाना। महाराज का बचन है, आया सफल ताहू को गणिए। सृष्टि दे विच प्रकृति विच ईश्वर ने नाना प्रकार के जीव पैदा किए ने, बेइंतहा किन्ने जीव ने जिहड़े असीं अखां नाल नहीं वेख सकते, उन्होंने वो माइक्रोस्कोप नाल वेख सकते हैं। इत्थों तक कि इस शरीर की जिस कीटाणु तो, जिस स्पर्म तो, जिस कीड़े तो ये शरीर 6 फुट का 5 फुट का 4.5 फुट का बनया ना, उन्होंने भी अखां नाल नहीं वेख सकते। हवा दे विच किन्ने जीव जंतु उड़ते है, अखां नाल नहीं वेखे जा सकते। जिहड़े अखां नाल वेखे जा सकते हैं उन्हां दी गिनती असीं थोड़ी वाली कर सकते। पानी विच कितनी प्रकार के जीव जंतु है, कीटाणु है, बड़े भयानक भयानक, बड़े वख-वख रूपां दे ने। कनेडा शहर विच विक्टोरिया बहुत वधिया एरिया है, राजधानी है। उत्थे दास नूं पनडुब्बी विच बैठ के समुद्र की तह ते जाण दा मौका मिलिया। बड़े बड़े शीशे लगे आ साइडां ते, पर जदों समुद्र के थल्ले गए तो इन्ने भयानक जानवर साड़ी वो पनडुब्बी वाल नूं आउंदे सी। असीं अंदर बैठे डरदे सी भी ये जानवर सानू खा जाणगे, शीशे विच दी देख के। फिर पताल लोक विच जाओ, जितने नाग लोग है ये भी सारे धरती विच ही ने। मेरे कहण तो भाव
ਪ੍ਰਕਿਰਤੀ ਵਿੱਚ ਇੰਨੇ ਕੁ ਜੀਵ ਜੰਤੂ ਪੈਦਾ ਕੀਤੇ ਆ ਈਸ਼ਵਰ ਨੇ, 1 2 3 4 ਗਿਣਤੀ ਕਰ ਲੈਣੀ ਬੜੀ ਔਖੀ ਹੈ। ਵਿਦਵਾਨ ਲੋਕਾਂ ਨੇ ਗਿਣਤੀ ਹੋਰ ਤਰੀਕੇ ਨਾਲ ਕੀਤੀ ਹੈ। ਬਾਣੀ ਵਿੱਚ ਆਉਂਦਾ 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏਂਦਾ। ਮਹਾਰਾਜ ਕਹਿ ਰਹੇ ਨੇ 84 ਲੱਖ ਜੂਨੀਆਂ ਨੇ। ਦੇਖੋ 2 3 ਅੱਖਰ ਹੈ ਗੁਰੂ ਗ੍ਰੰਥ ਸਾਹਿਬ 'ਚ। 84 ਚੱਚੇ ਨੂੰ ਕਨੋੜਾ, ਰਾਰੇ ਨੂੰ ਕੰਨਾ, ਸੱਸੇ ਬਿਆਰੀ, 84। ਇਹਦਾ ਅਰਥ ਹੈ 80 ਤੇ 4 84। ਫਿਰ ਰੱਖੋ ਦਾ 84, ਚੱਚਾ ਵਾਵਾ, ਰਾਰੇ ਨੂੰ ਕੰਨਾ, ਸੱਸੇ ਬਿਆਰੀ, 84। ਇੱਥੇ 84 ਦਾ ਅਰਥ ਹੈ ਚਬ ਮੈਨਾ 4, 84 ਮੈਨਾ ਜੂਨੀਆਂ, ਲੱਖ ਮੈਨਾ ਜਾਣੂ। 4 ਪ੍ਰਕਾਰ ਦੀਆਂ ਜੂਨੀਆਂ ਜਾਣੋ। ਅੰਡਜ, ਜੇਰਜ, ਸੇਤਜ ਤੇ ਉਤਪੁਜ, ਇਹ 4 ਪ੍ਰਕਾਰ ਦੀਆਂ ਖਾਣੀਆਂ ਜੂਨੀਆਂ ਨੇ। ਅੰਡਜ ਜਿਸ ਤਰ੍ਹਾਂ ਕੁੱਕੜ ਹੈ, ਘੁੱਗੀ ਹੈ, ਚਿੜੀ ਹੈ, ਸੱਪ ਵੀ ਹੈ, ਕੱਛੂ ਵੀ ਹੈ। ਉਹ ਪਹਿਲਾਂ ਅੰਡਾ ਦਿੰਦੇ ਆ, ਅੰਡੇ ਤੋਂ ਬਾਅਦ ਵਿੱਚ ਫਿਰ ਬੱਚਾ ਪੈਦਾ ਹੁੰਦਾ, ਉਹਨੂੰ ਅੰਡਜ ਜੋਨੀ ਕਹਿੰਦੇ ਆ। ਦੂਜੀ ਜੋਨੀ ਜੇਰਜ, ਜਿਹੜਾ ਬੱਚਾ ਸੰਸਾਰ ਵਿੱਚ ਆਉਂਦਾ ਹੈ, ਜਿੱਦਾਂ ਗਾਂ ਦਾ, ਮੱਝ ਦਾ, ਘੋੜੀ ਔਰ ਖੁਦ ਇਨਸਾਨ ਦਾ ਬੱਚਾ, ਇੱਕ ਖਾਸ ਕਿਸਮ ਦੀ ਝਿੱਲੀ ਵਿੱਚ ਲਿਪਟਿਆ ਹੁੰਦਾ, ਉਹ ਸੰਸਾਰ 'ਚ ਆਉਂਦਾ। ਝਿੱਲੀ ਫਟਦੀ ਹੈ, ਝਿੱਲੀ 'ਚੋਂ ਬਾਹਰ ਨਿਕਲਦਾ, ਉਹਨੂੰ ਜੇਰ ਕਹਿੰਦੇ। ਜਿਹੜੀ ਮਈਆਂ ਗਾਈਆਂ ਸੁੱਟਦੀਆਂ ਨੇ ਬਾਅਦ ਜੇਰ, ਉਹ ਝਿੱਲੀ ਹੈ, ਉਹਦੇ 'ਚ ਬੱਚਾ ਹੁੰਦਾ ਬਿਲਟਿਆ, ਉਹਨੂੰ ਜੇਰਜ ਕਹਿੰਦੇ। ਜੇਰਜ ਇਹ ਦੂਜੀ ਕਿਸਮ ਹੈ। ਤੀਜੀ ਕਿਸਮ ਸੇਤਜ, ਮੁੜਕੇ ਤੋਂ ਪੈਦਾ ਹੋਣ ਵਾਲੀ। ਬੰਦੇ ਦੇ ਮੁੜਕੇ ਤੋਂ, ਪਸ਼ੂ ਦੇ ਮੁੜਕੇ ਤੋਂ ਤੇ ਧਰਤੀ ਦੇ ਮੁੜਕੇ ਤੋਂ ਪੈਦਾ ਹੋਣ ਵਾਲੀ। ਗਡੋਏ, ਡੱਡੂ, ਹੋਰ ਬਹੁਤ ਸਾਰੇ ਜਾਨਵਰ ਹੈ ਜਿਹੜੇ ਧਰਤੀ ਦੀ ਗਰਮੀ 'ਚੋਂ ਪੈਦਾ ਹੁੰਦੇ। ਚੰਮ ਜੂਆਂ, ਜੂਆਂ, ਪਿੱਛੂ, ਚਿਚੜੀਆਂ, ਇਹ ਵੀ ਮੁੜਕੇ ਤੋਂ ਪੈਦਾ ਹੁੰਦੇ। ਛੋਟੇ ਛੋਟੇ ਬੱਚੇ ਸੀ ਨਾ ਅਸੀਂ, ਮਾਈਆਂ ਭਾਵੇਂ ਜਿੰਨਾ ਮਰਜ਼ੀ ਸਿਰ ਸਾਫ਼ ਕਰਨ, ਨਿੱਕਿਆਂ ਦੇ ਜੂਆਂ ਪੈ ਜਾਂਦੀਆਂ। ਚੰਮ ਜੂਆਂ ਜਿੰਨਾ ਮਰਜ਼ੀ ਸਾਬਣ ਲਾਓ, ਜਿਹਨਾਂ ਦੇ ਚਮੜੀ ਵਿੱਚ ਉਹ ਗੁਣ ਹੈ, ਉਹਨਾਂ ਨੂੰ ਚੰਮ ਜੂਆਂ ਪੈਦਾ ਹੋ ਹੀ ਜਾਂਦੀਆਂ। ਚਮੜੀ 'ਚ ਹੁੰਦੀਆਂ ਨਾ, ਦਿਸਦੀਆਂ ਵੀ ਨਹੀਂ ਉਹ। ਚੌਥੀ ਕਿਸਮ ਹੈ ਉਤਪੁਜ। ਉਤਪੁਜ ਦਾ ਮਤਲਬ ਹੁਣ ਜੇਠ ਮਹੀਨਾ ਨਾ, ਜੇਠ ਹਾੜ ਵਿੱਚ ਬੜੀਆਂ ਸਖਤ ਧੁੱਪਾਂ ਪੈਣੀਆਂ, ਉਸ ਤੋਂ ਬਾਅਦ ਮੀਂਹ ਪੈਣਾ। ਮੀਂਹ ਤੋਂ ਬਾਅਦ ਬੇਇੰਤਹਾ ਕਿਸਮ ਦੀ ਜਿਹੜੀ ਹੈ ਨਾ, ਉਹ ਬਨਸਪਤੀ ਤੇ ਜੀਵ ਜੰਤੂ ਪੈਦਾ ਹੋਣੇ। ਇਹ ਉਤਪਜ 'ਚੋਂ ਪੈਦਾ ਹੋਣ ਵਾਲੇ। ਥੋੜ੍ਹਾ ਜਿਹਾ ਤੋਂ ਅੱਗੇ ਚੱਲੋ, ਮਹਾਰਾਜ ਨੇ ਬਾਣੀ 'ਚ ਇੱਕ ਜਗ੍ਹਾ ਲਿਖਿਆ, ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ। ਇਹ ਦੁਨੀਆਂ ਜਿਹੜੀਆਂ ਕਈਆਂ ਨੇ ਮਾਤਾ ਪਿਤਾ ਦੇ ਸੰਜੋਗ ਕਰਕੇ ਪੈਦਾ ਹੁੰਦੀਆਂ ਨੇ, ਪਰ ਕੁਝ ਦੁਨੀਆਂ ਇਹੋ ਜਿਹੀਆਂ ਉੱਥੇ ਸੰਜੋਗ ਦੀ ਲੋੜ ਨਹੀਂ। ਤੁਸੀਂ ਪੁੱਛੋ ਕਿਵੇਂ? ਤੁਸੀਂ ਘਰਾਂ 'ਚ ਵੇਖਿਆ ਹੋਣਾ, ਤਾਕੀਆਂ ਵਿੱਚ, ਦਰਵਾਜ਼ਿਆਂ ਦੀ ਗੁੱਠਾਂ 'ਚ, ਕੁਰਸੀਆਂ ਦੇ ਥੱਲੇ, ਪਲੰਘਾਂ ਦੇ ਥੱਲੇ ਮਿੱਟੀ ਦੇ ਇੰਨੀ ਉਹ ਬਣਿਆ ਹੁੰਦਾ, ਘਰ ਜਿਹਾ ਬਣਿਆ ਹੁੰਦਾ। ਕੋਈ ਉਹਨੂੰ ਭਰਿੰਗੀ ਕਹਿੰਦਾ, ਕੋਈ ਘੁਮੇਲੀ ਕਹਿੰਦਾ, ਕੋਈ ਭਵੀਰੀ ਕਹਿੰਦਾ, ਯਾਨੀ ਵੱਖ-ਵੱਖ ਨਾਂ ਨੇ। ਇੱਕ ਖਾਸ ਕਿਸਮ ਦੀ ਧਮੋੜੀਏ ਵਰਗੀ ਉਹ ਜੀਵ ਹੈ, ਉਹ ਮੂੰਹ ਦੇ ਨਾਲ ਮਿੱਟੀ ਲਿਆ ਲਿਆ ਕੇ ਉਹ ਘਰ ਨੂੰ ਬਣਾਉਂਦਾ। ਪਰ ਇੱਕ ਗੱਲ ਦੇਖਿਓ, ਘਰ ਸਾਰਾ ਵਿੰਗਾ ਟੇਢਾ ਹੋਊਗਾ, ਪਰੰਤੂ ਜਿਹੜਾ ਉਸ ਘਰ ਦਾ ਮੂੰਹ ਹੈ ਨਾ, ਉਹ ਕਮਾਲ ਦਾ। ਮੇਰੇ ਖਿਆਲ ਪ੍ਰਕਾਰ ਨਾਲ ਵੀ ਉਲਟ ਪੁਲਟ ਭਾਵੇਂ ਹੋ ਜਾਏ, ਪਰ ਉਹਦੇ ਮੂੰਹ ਨਾਲ ਬਣਿਆ ਹੋਇਆ ਉਹ ਘਰ ਦਾ ਮੂੰਹ ਨਹੀਂ ਵਿੰਗਾ ਹੁੰਦਾ। ਉਹ ਕੀ ਕਰਦਾ? ਉਹਦੇ ਵਿੱਚ ਇੱਕ ਖਾਸ ਕਿਸਮ ਦੀ ਸੁੰਡੀ ਲਿਆ ਕੇ ਉਹਦੇ ਵਿੱਚ ਬੰਦ ਕਰ ਦਿੰਦਾ। 10-12 ਦਿਨ ਉਹਦੇ ਮੂੰਹ ਦੇ ਜਿੱਥੋਂ ਮੂੰਹ ਰੱਖਿਆ, ਉਹਦੇ ਲੱਗਦੀ ਭਰੀ 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 ਦੀ ਉਹ ਆਪਣੀ ਆਵਾਜ਼
ਅੰਦਰ ਸੁਣਾਉਂਦਾ। ਉਹਦੇ ਵਿੱਚੋਂ ਫਿਰ ਉਹਦੇ ਵਰਗਾ ਜਾਨਵਰ ਭਰਿੰਗੀ ਨਿਕਲ ਆਉਂਦੀ ਬਾਹਰ। ਇੱਕ ਹੋਰ, ਹੁਣ ਤਾਂ ਚਲੋ ਕੋਈ ਭਾਗਾਂ ਵਾਲਾ ਘਰ ਹੋਊਗਾ ਜਿਹਦੇ ਘਰ ਮਈਆਂ ਵੱਝੀਆਂ ਨੇ। ਨਾਲਾ ਪਿੰਡ 'ਚ ਮੇਰੇ ਖਿਆਲ ਘੱਟੋ ਘੱਟ 100 ਮਹੀਂ ਹੁੰਦੀ ਸੀ, ਤਾਂ ਮੇਰੇ ਖਿਆਲ ਹੁਣ 10 ਵੀ ਨਹੀਂ ਹੋਣੀਆਂ। ਮੇਰੇ ਪਿੰਡ ਦਾ ਘੱਟੋ ਘੱਟ 2400 ਵੋਟ ਹੈ, 1200-1300 ਘਰ ਹੈ, ਅਤੇ ਸਾਰੇ ਪਿੰਡ 'ਚੋਂ ਮੇਰੇ ਖਿਆਲ 2 ਕਿਲੋ ਦੁੱਧ ਨਹੀਂ ਹੋਏਗਾ। ਕਿਸੇ ਨੇ ਪਸ਼ੂ ਨਹੀਂ ਰੱਖਿਆ। ਬੀਬੀਆਂ ਨੇ 2-2 ਮੋਬਾਈਲ ਫੜੇ ਹੈ, 4-4 ਜਣੀਆਂ ਤੁਰੀਆਂ ਨੇ, ਹੈ ਸੈਰ ਕਰੀ ਜਾ ਰਹੀਆਂ, ਕੰਮ ਨਹੀਂ ਕਰਨਾ, ਦੁੱਧ ਨਹੀਂ ਪੀਣਾ। ਉਹ ਜਿਹੜੀਆਂ ਮਈਆਂ ਕੱਚੇ ਥਾਵਾਂ 'ਚ ਬੰਨੀਆਂ ਹੁੰਦੀਆਂ ਸੀ, ਬਰਸਾਤ ਨੂੰ ਉਹ ਗੋਹਾ ਕਰਦੀਆਂ ਸੀ, ਅਤੇ ਰਾਤੋਂ ਰਾਤ ਉਹਦੇ ਵਿੱਚੋਂ ਗੋਹੇ 'ਚ ਐਡੇ ਐਡੇ ਵੱਡੇ ਗਰਿੰਡ ਪੈਦਾ ਹੁੰਦੇ ਸੀ। ਮੂੰਹ ਲਾਲ ਹੁੰਦਾ ਸੀ ਉਹਨਾਂ ਦਾ, ਚਿੱਟੇ ਹੁੰਦੇ ਸੀ ਸੁੰਡ। ਹੁਣ ਉੱਥੇ ਮਾਤਾ ਪਿਤਾ ਦਾ ਕੋਈ ਸੰਬੰਧ ਨਹੀਂ ਹੈ। ਉਹ ਗੋਹੇ ਵਿੱਚੋਂ, ਧਰਤੀ ਦੇ ਵਿੱਚੋਂ ਉਹ ਗਰਿੰਡ ਪੈਦਾ ਹੁੰਦੇ ਸੀ। ਇੱਕ ਹੋਰ ਪ੍ਰਕਿਰਤੀ ਦਾ ਨਿਯਮ ਹੈ। ਤੁਸੀਂ ਦੇਖੋ ਪਿੱਪਲ, ਤੂਤ, ਇਹ ਉਹ ਦਰਖਤ ਨੇ ਬੋਹੜ ਦੇ, ਸਿੱਧੇ ਨਹੀਂ ਜੰਮਦੇ। ਜਿੰਨਾ ਪਿੱਪਲ ਦਾ, ਬੋਹੜ ਦਾ ਬੀਜ ਹੈ, ਤੂਤ ਦਾ, ਜੇ ਜੰਮੇ ਤੇ ਮੇਰੇ ਖਿਆਲ ਧਰਤੀ 'ਤੇ ਪੈਰ ਰੱਖਣ ਨੂੰ ਥਾਂ ਹੀ ਨਾ ਰਵੇ। ਪਰੰਤੂ ਜਿਸ ਗੋਲ ਨੂੰ, ਪਿੱਪਲ ਦੀ ਗੋਲ ਨੂੰ, ਬੋਹੜ ਦੀ ਗੋਲ ਨੂੰ ਜਾਨਵਰ ਖਾਂਦਾ, ਉਹ ਜਿਹੜਾ ਬੀਜ ਹੈ ਜਾਨਵਰ ਦੇ ਮਿਹਦੇ ਵਿੱਚ, ਪੇਟ ਵਿੱਚ 12-15-16 ਘੰਟੇ ਰਹਿੰਦਾ। ਉਹ ਬੀਜ ਜਿਹੜਾ ਧਰਤੀ 'ਚ ਉੱਗਦਾ, ਬਾਕੀ ਬੋਹੜ ਦਾ ਦਰਖਤ ਕੋਈ ਨਹੀਂ ਉੱਗਦਾ। ਇਹ ਸਾਰਾ ਕੁਝ ਦੱਸਣ ਦਾ ਮੇਰਾ ਇਹ ਮਤਲਬ ਹੈ ਵੀ ਪ੍ਰਕਿਰਤੀ ਨੂੰ ਪੈਦਾ ਕਰਨ ਵਾਸਤੇ ਕੁਦਰਤ ਜਿਹੜਾ ਮਰਜ਼ੀ ਸਾਧਨ ਵਰਤ ਲਵੇ, ਉਹਦੇ 'ਚ ਇਨਸਾਨ ਦਾ ਕੋਈ ਰੋਲ ਨਹੀਂ ਹੈ। ਇਹ ਸਾਰੀਆਂ 84 ਲੱਖ ਜੂਨੀਆਂ ਵਿੱਚੋਂ ਜੇ ਇੱਕ ਜੂਨੀ ਹੈ ਵਧੀਆ, ਤਾਂ ਉਹ ਹੈ ਮਨੁੱਖ। 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਗੁਰੂ ਸਾਹਿਬ ਕਹਿੰਦੇ ਆ 84 ਲੱਖ ਜੂਨੀਆਂ ਤਾਂ ਈਸ਼ਵਰ ਨੇ ਪੈਦਾ ਕੀਤੀਆਂ ਨੇ, ਪਰ ਉਹਨਾਂ ਸਾਰੀਆਂ ਵਿੱਚੋਂ ਮਨੁੱਖ ਨੂੰ ਅਕਲ ਦੇ ਕੇ, ਸਾਰਿਆਂ ਨੂੰ ਵਧੀਆ ਬਣਾ ਕੇ ਸੰਸਾਰ 'ਚ ਭੇਜਿਆ। ਪੁਰਾਣ 'ਚ ਜ਼ਿਕਰ ਆਉਂਦਾ ਵੀ ਭਗਵਾਨ ਨੇ ਆਪਣੇ 'ਚੋਂ ਮਾਇਆ ਪੈਦਾ ਕੀਤੀ। ਅੱਜ ਕੱਲ੍ਹ ਸਿੱਖ ਨੌਜਵਾਨ ਪੁਰਾਣ ਨਹੀਂ ਸੁਣਨਾ ਚਾਹੁੰਦੇ, ਮਹਾਂਭਾਰਤ ਨਹੀਂ ਸੁਣਨਾ ਚਾਹੁੰਦੇ, ਪਰ ਚਲੋ ਗੁਰਬਾਣੀ ਨੂੰ ਆਧਾਰ ਬਣਾ ਲਓ। ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਬਿਆਈ, 3 ਚੇਲੇ ਪ੍ਰਵਾਨ। ਇੱਕ ਈਸ਼ਵਰ ਸੀ ਤੇ ਈਸ਼ਵਰ ਨੇ ਮਾਇਆ ਪੈਦਾ ਕੀਤੀ, ਆਪਣੇ ਤੋਂ ਭਿੰਨ ਮਾਇਆ ਪੈਦਾ ਕੀਤੀ। ਮਾਇਆ ਵਿੱਚ 3 ਗੁਣ ਪਾਏ, ਰਜੋਗੁਣ, ਤਮੋਗੁਣ, ਸਤੋਗੁਣ। ਇਹਨਾਂ 3 ਗੁਣਾਂ ਵਿੱਚ ਸਾਰਾ ਸੰਸਾਰ ਰਚਿਆ ਗਿਆ। 3 ਗੁਣ ਤੁਹਾਡੇ 'ਚ ਵੀ ਹੈ, ਮੇਰੇ 'ਚ ਵੀ ਹੈ, ਪ੍ਰਕਿਰਤੀ ਸਾਰੀ 'ਚ 3 ਗੁਣ ਹੈ, ਰਜਗੁਣ, ਤਮਗੁਣ, ਸਤਗੁਣ। ਇਹ ਤੇਰੀ ਸਭ ਮਾਇਆ, ਗੁਰਬਾਣੀ ਕਹਿ ਰਹੀ ਹੈ। ਇਹ ਜਿਹੜੇ 3 ਗੁਣ ਪੈਦਾ ਕੀਤੇ ਨਾ ਮਾਇਆ ਵਿੱਚ, ਉਸ ਮਾਇਆ ਨੇ ਸੰਸਾਰ ਦੀ ਰਚਨਾ ਕੀਤੀ। ਤੇ ਮਾਇਆ ਵੱਧਦੀ ਵੀ ਹੈ, ਮਾਇਆ ਘਟਦੀ ਵੀ ਹੈ। ਮਾਇਆ ਇੱਕ ਪਾਸੇ ਖਤਮ ਹੋ ਰਹੀ ਹੈ, ਯੂਕਰੇਨ 'ਚ ਦੇਖ ਲਓ ਕੀ ਕੁਝ ਹੋ ਰਿਹਾ, ਤੇ ਦੂਜੇ ਪਾਸੇ ਪੈਦਾ ਵੀ ਹੋਈ ਜਾ ਰਹੀ ਹੈ। ਇਸ ਮਾਇਆ ਵੀ ਸੰਸਾਰ ਵਿੱਚ ਜਿਹੜਾ ਮਨੁੱਖ ਹੈ ਨਾ, ਭਗਵਾਨ ਨੇ ਹੁਕਮ ਕੀਤਾ ਮਾਇਆ ਨੂੰ ਵੀ ਤੂੰ ਸ੍ਰਿਸ਼ਟੀ ਰਚੀ ਹੈ, ਮੈਨੂੰ ਕੋਈ ਚੰਗੀ ਨਹੀਂ ਲੱਗੀ, ਕੋਈ ਵਧੀਆ ਜਿਹੀ ਮੈਨੂੰ ਮੂਰਤ ਬਣਾ ਕੇ ਦੱਸ। ਮਾਇਆ ਕਹਿੰਦੀ ਕੋਈ ਗੱਲ ਨਹੀਂ, ਹੁਣ ਕਰ ਦਿੰਦੀ ਆ। ਮਾਇਆ ਨੇ ਇਨਸਾਨ ਬਣਾਤਾ। ਇਨਸਾਨ ਬਣਾ ਕੇ ਭਗਵਾਨ ਨੇ ਦੇਖਿਆ, ਕਹਿੰਦੇ ਹਾਂ ਇਹ ਕੁਝ ਗੱਲ ਬਣੀ ਹੈ, ਹੁਣ ਮੈਨੂੰ ਚੰਗਾ ਲੱਗਦਾ ਹੈ। ਉਹ ਕਹਿੰਦੀ ਵੀ ਇਹਨੂੰ ਹਿਲਾ, ਹੁਣ ਤੁਰੇ। ਕਹਿੰਦੀ ਭਗਵਾਨ ਇਹ ਨਹੀਂ ਮੈਂ ਕੰਮ ਕਰ ਸਕਦੀ, ਮੈਂ ਬਣਾ ਦਿੱਤਾ, ਤੂੰ ਇਹਦੇ ਵਿੱਚ ਚੱਲ, ਇਹਦੇ ਵਿੱਚ ਵੜ, ਫਿਰ ਇਹ ਬੋਲੇਗਾ। ਜਦੋਂ ਭਗਵਾਨ ਸੂਖਸ਼ਮ ਰੂਪ ਹੋ ਕਰਕੇ ਉਹ ਸਰੀਰ ਵਿੱਚ ਗਏ ਨਾ, ਬੰਦਾ ਉੱਠਿਆ, ਹੱਸਿਆ, ਨੱਚਿਆ, ਦੌੜਿਆ, ਬੋਲਿਆ।
ਭਗਵਾਨ ਬੜੇ ਖੁਸ਼ ਹੋਏ, ਕਹਿੰਦੇ ਹਾਂ ਹੁਣ ਠੀਕ ਹੈ, ਕੋਈ ਗੱਲ ਬਣੀ। ਜਾਨੀ ਭਗਵਾਨ ਨੇ ਇਨਸਾਨ ਨੂੰ ਆਪਣਾ ਰੂਪ ਦਿੱਤਾ, ਆਪ ਵਿੱਚ ਵੜ ਕੇ ਤੇ ਇਹਨੂੰ ਖੜੇ ਕੀਤਾ। ਥੋੜ੍ਹੇ ਚਿਰ ਬਾਅਦ ਭਗਵਾਨ ਕਹਿੰਦੇ ਵੀ ਮੇਰਾ ਤਾਂ ਹੁਣ ਇੰਨਾ ਕੀ ਕੰਮ ਹੈ, ਜ਼ਿਆਦਾ ਨਹੀਂ। ਨਿਕਲ ਗਏ, ਫਿਰ ਮੁਰਦਾ ਹੋ ਕੇ ਡਿੱਗ ਗਿਆ। ਮਾਇਆ ਕਹਿੰਦੀ ਇੱਦਾਂ ਨਹੀਂ, ਤੈਨੂੰ ਰਹਿਣਾ ਪਏਗਾ ਵਿੱਚ, ਫੇਰ ਗੱਲ ਬਣਨੀ ਹੈ। ਮੈਂ ਮਿਹਨਤ ਕਰਕੇ ਬਣਾਇਆ ਤੇ ਤੋਰਨਾ ਤੂੰ ਹੈ। ਸਾਖੀ ਤਾਂ ਮਿਥਿਹਾਸ ਤੇ ਹੀ ਹੈ, ਪਰ ਇਹ ਤੋਂ ਸਾਬਤ ਇਹ ਹੋ ਰਿਹਾ, ਗੁਰੂ ਸਾਹਿਬ ਕਹਿ ਰਹੇ ਹੈ 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ। ਅਗਲੀ ਗੱਲ ਸਾਡੇ ਤੇ ਲਾਗੂ ਹੁੰਦੀ ਹੈ। ਮਾਰੇ ਕਹਿੰਦੇ ਠੀਕ ਹੈ, 84 ਲੱਖ ਜੂਨੀਆਂ 'ਚ ਤੈਨੂੰ ਵਡਿਆਈ ਦੇਤੀ ਹੈ, ਪਰ ਜੇ ਤੂੰ ਹੁਣ ਇਸ ਪੌੜੀ ਤੋਂ ਚੁੱਕੈ, ਚੁੱਕੈ ਦਾ ਅਰਥ ਹੈ ਫਿਸਲ ਗਿਆ, ਡਿੱਗ ਪਿਆ, ਖੁੰਝ ਗਿਆ, ਉਤਰ ਗਿਆ, ਨਾ ਚੜ੍ਹ ਸਕਿਆ, ਇਸ ਪੌੜੀ ਤੇ ਜੋ ਨਰ ਚੁੱਕੈ, ਓਹੋ ਫਿਰ ਕੀ ਹੋਗਾ? ਆਏ ਜਾਏ ਦੁੱਖ ਪਾਏਂਦਾ, ਫਿਰ ਨਹੀਂ ਸਫ਼ਰ ਮੁੱਕਣਾ, ਫਿਰ ਨਹੀਂ ਸਫ਼ਰ ਮੁੱਕਣਾ। ਆਏ ਜਾਏ, ਜੰਮੈ ਮਰੈ, ਮਰੈ ਫੁਨ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ, ਫਿਰ 84 ਲਾਖੀਆਂ ਵਿੱਚ ਘੁੰਮਣਾ ਹੀ ਪੈਣਾ। ਇੱਕ ਗੱਲ ਇਹ ਸਿੱਧ ਹੋ ਗਈ ਵੀ ਪਰਮਾਤਮਾ ਬੇਸ਼ੱਕ ਸਾਡੇ ਅੰਦਰ ਹੈ, ਪਰ ਜ਼ਰੂਰੀ ਨਹੀਂ ਜਿਹੜੀ ਸਾਡੇ ਚੀਜ਼ ਅੰਦਰ ਬੈਠੀ ਉਹਨੂੰ ਪਤਾ ਲੱਗ ਜਾਏ। ਕੀ ਸਮਝਦੇ ਸਾਡੇ ਅੰਦਰ ਬੈਠਾ ਪਤਾ ਲੱਗ ਜਾਏ? ਜੇ ਪਤਾ ਲੱਗ ਜਾਏ ਤੇ ਤੁਹਾਡੀ ਅੱਖ ਦੇ ਵਿੱਚ ਇੱਕ ਕਿਣਕਾ ਪੈ ਗਿਆ, ਜਾਂ ਤੁਹਾਡੀ ਅੱਖ ਦਾ ਬਾਲ ਟੁੱਟ ਕੇ ਅੱਖ 'ਚ ਪੈ ਗਿਆ, ਅੱਖ 5 ਮੀਲ ਤਾਈਂ 4 ਮੀਲ ਤਾਈਂ ਦੇਖਦੀ ਹੈ, ਉਹ ਜਿਹੜਾ ਅੱਖ 'ਚ ਪਿਆ ਬਾਲ ਦੇਖ ਕੇ ਦੱਸੋ ਸਾਨੂੰ। ਦੂਜਾ ਬੰਦਾ ਦੇਖੇਗਾ, ਉਹ ਕਹੋ ਤੁਹਾਡੇ ਅੱਖ 'ਚ ਰੜਕ ਪੈਂਦੀ ਹੈ, ਰੜਕ ਪੈਂਦੀ ਹੈ, ਉਹ ਦੂਆ ਕੱਢੇਗਾ, ਅੱਖ ਨਹੀਂ ਕੱਢ ਸਕਦੀ। ਅੱਖ ਦੂਰ ਤਾਈਂ ਦੇਖਦੀ ਹੈ, ਪਰ ਅੱਖ ਆਪਣੇ ਵਿੱਚ ਪਏ ਹੋਏ ਕਿਣਕੇ ਨੂੰ, ਟੁੱਟੇ ਬਾਲ ਨੂੰ ਉਹ ਨਹੀਂ ਕੱਢ ਸਕਦੀ। ਮਹਾਂਪੁਰਸ਼ ਕਹਿੰਦੇ ਹੈ ਵੀ ਇਹ ਜਿਹੜਾ ਸੰਸਾਰ ਹੈ ਬੇਸ਼ੱਕ ਮਾਇਆਵੀ ਹੈ, ਮਨੁੱਖ ਨੂੰ ਇਹਦੇ ਵਿੱਚ ਤਰਜੀਹ ਦਿੱਤੀ ਹੈ, ਮਨੁੱਖ ਨੂੰ ਮੁੱਖ ਬਣਾਇਆ, ਪਰ ਜੇ ਮਨੁੱਖ ਇਸ 84 ਲੱਖ ਜੂਨੀਆਂ ਦਾ ਸਰਦਾਰ ਹੁੰਦਾ ਹੋਇਆ ਇਸ ਪੌੜੀ ਤੋਂ ਖੁੰਝ ਗਿਆ, ਫਿਰ ਇਹਦਾ ਜਨਮ ਮਰਨ ਨਹੀਂ ਮੁੱਕਿਆ। ਹੁਣ ਇੱਥੇ ਇਹ ਵੇਖਣਾ ਵੀ ਸਾਰੇ ਖੁੰਝਦੇ ਆ, ਸਾਰੇ ਖੁੰਝਦੇ ਆ? ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਕੋਟਨ ਮੈਂ ਕੋਊ, ਨਾਰਾਇਣ ਜੇ ਚੀਤ। ਜਿਹਦੇ ਚਿੱਤ ਵਿੱਚ ਨਾਰਾਇਣ ਵਸਦਾ, ਈਸ਼ਵਰ ਵਸਦਾ, ਜਿਹੜਾ ਈਸ਼ਵਰ ਦਾ ਚਿੰਤਨ ਕਰਦਾ, ਆਰਾਧਨਾ ਕਰਦਾ, ਉਹਦਾ ਸਿਮਰਨ ਕਰਦਾ, ਉਹ ਇਸ ਪੌੜੀ ਦੇ ਉੱਤੇ ਚੜ੍ਹ ਜਾਂਦਾ। ਜਿਸ ਮਹਾਂਪੁਰਸ਼ ਦੀ ਤੁਸੀਂ ਯਾਦ 'ਚ ਬੈਠੇ ਹੋ, ਮਹਾਰਾਜ ਬ੍ਰਹਮ ਗਿਆਨੀ ਸੰਤ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ, ਉਹਨਾਂ ਦਾ ਨਾਂ ਨਾਰਾਇਣ ਸੀ। ਉਹਨਾਂ ਨੇ ਨਾਰਾਇਣ ਨੂੰ ਚਿੰਤਨ ਕੀਤਾ, ਨਾਰਾਇਣ ਦਾ ਸਿਮਰਨ ਕੀਤਾ। ਕਿੰਨਾ ਸਮਾਂ ਹੋ ਗਿਆ ਸੰਸਾਰ 'ਚੋਂ ਚਲੇ ਗਏ ਆ, ਅੱਜ ਵੀ ਹਰ ਜ਼ੁਬਾਨ ਵਿੱਚ ਨਾਰਾਇਣ, ਨਾਰਾਇਣ, ਨਾਰਾਇਣ। ਅਸਲ ਵਿੱਚ ਨਾਰਾਇਣ ਵਿਸ਼ਨੂੰ ਦਾ ਨਾਂ ਆ, ਭਗਵਾਨ ਦਾ ਨਾਂ ਆ। ਅਜਾਮਲ ਪਾਪੀ ਜਗ ਜਾਣੈ, ਪਰ ਨਿਮਖ ਮਾਏ ਨਸਤਾਰਾ। ਅਜਾਮਲ ਜਾਤੀ ਦਾ ਬ੍ਰਾਹਮਣ ਸੀਗਾ, ਪਰੰਤੂ ਸੰਗਤ ਬੇਸਵਾਦੀ ਹੋ ਗਈ। ਆਪਣੇ ਬਾਪ ਨਾਲ ਰੋਜ਼ ਰਾਜ ਦਰਬਾਰ 'ਚ ਜਾਣਾ। ਉਹ ਬ੍ਰਾਹਮਣ ਜਿਹੜਾ ਸੀ ਰਾਜੇ ਦੇ ਦਰਬਾਰ 'ਚ ਕਥਾ ਕਰਦਾ ਸੀ, ਸਿਆਣਾ ਸੀ, ਉਹ ਬੜਾ ਘੁੰਮ ਕੇ ਜਾਂਦਾ ਸੀ ਆਪਣੇ ਘਰ ਨੂੰ। ਇਹ ਅਜਾਮਲ ਜਿਹੜਾ ਨੌਜਵਾਨ ਸੀ ਕਹਿੰਦਾ, ਪਿਤਾ ਜੀ ਆ ਸਿੱਧਾ ਬਾਜ਼ਾਰ ਜਾਂਦਾ, ਆਪਾਂ ਨੂੰ ਸਾਰਾ ਅੱਧਾ ਕਿਲੋਮੀਟਰ ਪੈਂਦਾ, ਅਸੀਂ 2-3 ਕਿਲੋਮੀਟਰ ਘੁੰਮ ਕੇ ਆਉਂਦੇ ਹਾਂ, ਆਪਾਂ ਸਿੱਧੇ ਕਿਉਂ ਨਾ ਚਲੀਏ। ਪਿਤਾ ਸ਼੍ਰੀ ਕਹਿਣ ਲੱਗੇ, ਬੇਟਾ ਇਹ ਬਾਜ਼ਾਰ ਸਾਡੇ ਜਾਣ ਵਾਲਾ ਨਹੀਂ ਹੈ, ਸਾਡੇ ਜਾਣ ਵਾਲਾ ਨਹੀਂ ਹੈ। ਉਹ ਕਹਿੰਦਾ ਅੱਛਾ। ਅਕਸਮਾਤ ਪਿਤਾ ਜੀ ਪੂਰੇ ਹੋ ਗਏ। ਰਾਜੇ ਨੇ ਸੋਚਿਆ ਵੀ ਫਿਰ ਵੀ ਪੰਡਤ ਦਾ ਲੜਕਾ ਹੈ, ਨੌਜਵਾਨ ਹੈ, ਪੜ੍ਹਿਆ ਲਿਖਾ, ਇਹਨੂੰ ਰਾਜ ਦਰਬਾਰ 'ਚ ਰੱਖ ਲਓ।
ਹੁਣ ਉਹ ਰਾਜ ਦਰਬਾਰ 'ਚ ਆਉਣ ਲੱਗ ਗਿਆ। ਉਹ ਕਹਿੰਦਾ ਪਾਪਾ ਜੀ ਸਿੱਧੇ ਰਾਹ ਨਹੀਂ ਸੀ ਜਾਣ ਦਿੰਦੇ, ਆਪਾਂ ਸਿੱਧੇ ਜਾ ਕੇ ਦੇਖਦੇ ਹਾਂ। ਇੱਕ ਦਿਨ ਗਿਆ, 2 ਦਿਨ ਗਿਆ, 3 ਦਿਨ ਗਿਆ, ਤੇ ਚੌਥੇ ਦਿਨ ਕਿ ਬੇਸਵਾ ਨਾਲ ਉਹਦੀ ਪ੍ਰੀਤੀ ਹੋ ਗਈ। ਇਹ ਗੱਲ ਸਹੀ ਹੈ, ਗਲਤ ਨਹੀਂ ਹੈਗੀ। ਅੱਜ ਦੇ ਨੌਜਵਾਨ ਬਹੁਤ ਫਣਾ ਮਾਰਦੇ ਜਿਹੜੇ ਕਿੰਤੂ ਪਰੰਤੂ ਕਰਦੇ ਆ। ਮੈਂ ਸਨ ਸ਼ਾਇਦ 92 ਸੀ, ਉਜੈਨ ਦਾ ਕੁੰਭ। ਉਜੈਨ ਦੇ ਕੁੰਭ 'ਚ ਮੇਰੀਆਂ 3 ਡਿਊਟੀਆਂ ਸੀ। ਇੱਕ ਡਿਊਟੀ ਸੀ ਪੰਗਤ ਲੱਗਦੀ ਤਾਂ ਮੈਂ ਪੈਸੇ ਵੰਡਦਾ ਹੁੰਦਾ ਸੀ, ਜਿਹਦੇ ਮਰਜ਼ੋ ਭੰਡਾਰਾ ਜਿਹਦੇ ਵੱਲੋਂ ਮਰਜ਼ੀ ਹੋਵੇ ਪੈਸੇ ਵੰਡਣ ਦੀ ਡਿਊਟੀ ਮੇਰੀ ਸੀ। ਦੂਸਰੀ ਡਿਊਟੀ ਮੇਰੀ ਦਵਾਈਆਂ ਵੰਡਣ ਦੀ ਸੀ, 1100-1200 ਬੰਦੇ ਨੂੰ ਰੋਜ਼ਾਨਾ ਮੈਂ ਦਵਾਈ ਵੰਡਦਾ ਸੀ। ਤੀਸਰੀ ਡਿਊਟੀ ਮੇਰੀ ਸੀ ਵੀ ਤੁਸੀਂ ਜਾ ਕੇ ਕਥਾ ਕਰਨੀ ਹੈ। ਚੌਥੀ ਡਿਊਟੀ ਮੇਰੀ ਸੀ ਵੀ ਸਵੇਰ ਨੂੰ ਜਾ ਕੇ ਸਬਜ਼ੀ ਲਿਆਉਣੀ ਹੈ। ਬਾਜ਼ਾਰ ਜਾਣਾ, ਮੰਡੀ ਸਬਜ਼ੀ ਲਿਆਉਣੀ, ਕਾਰ 'ਚ ਜਾਣਾ, ਚਲੋ ਕਾਰ 'ਚ ਅੰਬੈਸਡਰ ਕਾਰ ਸੀ, ਉੱਤੋਂ ਵੀ ਭਰ ਲੈਣੀ, ਕੱਦੂ ਰੱਖ ਕੇ ਪਿੱਛੋਂ ਡਿੱਗੀਆਂ ਭਰ ਲੈਣੀ, ਸੀਟਾਂ ਭਰ ਲੈਣੀਆਂ। ਡਰਾਈਵਰ ਸੀ ਮੁੰਡਾ ਪਟਿਆਲੇ ਦਾ। ਮੈਂ ਇਹਨੂੰ ਕਿਹਾ ਯਾਰ ਐਡਾ ਘੁਮਾ ਕੇ ਗੱਡੀ ਲਿਆਉਣਾ, ਸਿੱਧਾ ਚੱਲ ਥਾਂ। ਕਹਿੰਦਾ ਨਹੀਂ, ਸ਼ਾਮ ਨੂੰ ਸਬਜ਼ੀ ਲੈਣ ਆਊ ਫਿਰ ਤੁਹਾਨੂੰ ਸਿੱਧਾ ਲਿਜਾਊਂਗਾ। ਅੱਛਾ, ਦੱਸੇ ਨਹੀਂ ਮੈਨੂੰ। ਸ਼ਾਮ ਨੂੰ ਜਦੋਂ ਅਸੀਂ ਸਬਜ਼ੀ ਲੈ ਕੇ ਮੰਡੀ 'ਚ ਆਏ, ਕਹਿੰਦਾ ਅੱਜ ਸਿੱਧੇ ਜਾਣਾ। ਜਦੋਂ ਆਏ ਨਾ ਤਾਂ ਉਹਨੇ ਗੱਡੀ ਸਲੋ ਕਰ ਲਈ ਹੌਲੀ। ਮੈਨੂੰ ਕਹਿੰਦਾ ਆਲੇ ਦੁਆਲੇ ਦੇਖੋ, ਉੱਪਰ ਥੱਲੇ ਦੇਖੋ। ਉਹ ਬੇਸਵਾ ਬਾਜ਼ਾਰ ਸਾਰਾ ਹੀ। ਮੈਂ ਕਿਹਾ ਉਹ ਕਿੱਥੇ ਲਿਆ ਕੇ ਬਾੜ ਦਿੱਤਾ ਤੂੰ? ਕਹਿੰਦਾ ਤੂੰ ਆਪ ਹੀ ਤਾਂ ਕਹਿੰਦੇ ਸਿੱਧੇ ਜਾਣਾ। ਮੈਂ ਕਿਹਾ ਨਹੀਂ, ਅੱਜ ਤੂੰ ਹੁਣ ਲੈ ਚੱਲ ਗੱਡੀ, ਮੁੜ ਕੇ ਨਹੀਂ ਆਉਣਾ। ਜਿਹੜਾ ਅਜਾਮਲ ਸੀ ਉਹਦੇ ਬਾਪ ਨੇ ਕਹਿੰਦਾ ਰਿਹਾ ਉਹ ਸਿੱਧੇ ਨਹੀਂ ਜਾਣਾ, ਪਰ ਉਹ ਜਾਣਾ ਸ਼ੁਰੂ ਕਰਤਾ। ਬਸ ਬੇਸਵਾ ਨਾਲ ਉਹਦਾ ਪ੍ਰੇਮ ਹੋ ਗਿਆ, ਰਾਜ ਦਰਬਾਰ 'ਚੋਂ ਕੱਢ ਦਿੱਤਾ, ਬਾਜ਼ਾਰ ਸ਼ਹਿਰ 'ਚੋਂ ਵੀ ਕੱਢ ਦਿੱਤਾ। ਹੁਣ ਬਾਹਰ ਜੰਗਲ 'ਚ ਜਾ ਕੇ ਕੁੱਲੀ ਪਾ ਕੇ ਰਹਿਣ ਲੱਗ ਪਿਆ, ਨਾਲ ਬੇਸਵਾ ਵੀ ਰਹਿਣ ਲੱਗ ਪਈ। ਜਾਨਵਰ ਮਾਰਦਾ ਲਿਆ ਕੇ ਖਾਂਦਾ। ਬੁੱਧੀ ਭ੍ਰਿਸ਼ਟ ਹੋ ਗਈ, ਜੀਵਨ ਭ੍ਰਿਸ਼ਟ ਹੋ ਗਿਆ। ਇੱਕ ਦਿਨ ਉਹ ਜਾਨਵਰ ਮਾਰਨ ਗਿਆ ਸੀ ਤਾਂ ਉਹ ਮਗਰੋਂ ਇੱਕ ਸੰਤ ਆ ਗਏ। ਜਦੋਂ ਸੰਤ ਆ ਗਏ ਤਾਂ ਉਹਨਾਂ ਨੇ, ਮੀਂਹ ਪੈਂਦਾ ਸੀ, ਉਹ ਕੁੱਲੀ ਨਾ ਬਾਛੜ ਤੋਂ ਇੱਕ ਥੋੜ੍ਹੇ ਖੜੇ ਹੋ ਗਏ। ਬੇਸਵਾ ਨੇ ਬਾਹਰ ਦੇਖਿਆ ਨਿਕਲ ਕੇ, ਇੱਕ ਸੰਤ ਖੜਾ। ਸੰਤ ਬੇਸਵਾ ਦੇ ਦਰਵਾਜ਼ੇ ਵੱਲ ਖੜਾ ਹੋਵੇ ਤਾਂ ਬਹੁਤ ਹੀ ਮਾੜੀ ਗੱਲ ਹੈ। ਇਹ ਬੜਾ ਵਿਚਾਰ ਕੇ ਤੁਰਨਾ ਪੈਂਦਾ ਸੰਤ ਨੂੰ। ਮੈਂ ਇੱਕ ਅਸੂਲ ਬਣਾਇਆ ਵੀ ਬਾਜ਼ਾਰ 'ਚ ਜਾਈਏ, ਕਿਤੇ ਕੰਮ ਹੋਵੇ ਨਾ, ਝਟਕਈ ਦੀ ਦੁਕਾਨ ਦੇ ਮੂਹਰੇ ਨਹੀਂ ਗੱਡੀ ਖੜੀ ਹੋਣ ਦੇਣੀ, ਠੇਕੇ ਮੂਹਰੇ ਗੱਡੀ ਨਹੀਂ ਖੜੀ ਹੋਣ ਦੇਣੀ, ਥਾਣੇ ਦੇ ਮੂਹਰੇ ਗੱਡੀ ਨਹੀਂ ਖੜੀ ਹੋਣ ਦੇਣੀ, ਭਾਵੇਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਪਿੱਛੇ ਮੁੜੀਏ, ਪਰ ਨੀਤੀ ਅਨੁਸਾਰ ਨਹੀਂ ਖੜੇ ਹੋਣੇ। ਉਹਨੇ ਕਿਹਾ ਵੀ ਸੰਤ ਖੜਾ, ਹਰ ਆਦਮੀ ਦੇ ਅੰਦਰ ਧਰਮ ਵੀ ਵੱਸਦਾ, ਕ੍ਰੋਧ ਲੋਭ ਲਾਲਚ ਮੋਹ ਵੀ ਵੱਸਦੇ ਹੈ। ਉਹਦੇ ਅੰਦਰ ਦਇਆ ਆਈ ਵੀ ਵਿਚਾਰਾ ਭਿੱਜ ਗਿਆ। ਸੰਤ ਦਾ ਕੱਪੜਾ ਕੋਈ ਹੈ ਹੀ ਨਹੀਂ। ਉਹਨੇ ਕੁੱਲੀ ਦਾ ਦਰਵਾਜ਼ਾ ਖੋਲ੍ਹਿਆ, ਕਹਿੰਦੀ ਆ ਜਾਓ, ਬੈਠੋ। ਅੱਗ ਵਾਲੀ ਅੱਗ ਸਕਾਈ, ਜਿਹੜਾ ਮਾੜਾ ਮੋਟਾ ਕੱਪੜਾ ਸੀ ਉਹ ਵੀ ਉੱਤੇ ਦਿੱਤਾ। ਉਹਨੇ ਦੂਰ ਤੋਂ ਦੇਖਿਆ ਪਤੀ ਆਉਂਦਾ ਹੈ, ਨਿਕਲ ਕੇ ਬਾਹਰ ਗਈ। ਕਹਿੰਦੀ ਪਤੀ ਦੇਵ ਜੀ ਜੋ ਤੁਹਾਡੇ ਕੋਲ ਹੈ ਜੀ ਇਹਨੂੰ ਸੁੱਟ ਦਿਓ ਇੱਥੇ। ਸਾਡੀ ਕੁਟੀਆ 'ਚ ਇੱਕ ਸੰਤ ਆਇਆ ਹੋਇਆ। ਸੰਤ ਆਇਆ, ਕਹਿੰਦਾ ਫਿਰ ਖਾਣਾ ਕੀ ਹੈ? ਕਹਿੰਦੀ ਭੁੱਖੇ ਰਹਿ ਲਾਂਗੇ, ਪਰ ਇਹ ਜਿਹੜਾ ਸੰਤ ਦੇ ਹੁੰਦਿਆਂ ਨਹੀਂ ਲਿਆਉਣਾ, ਕੋਈ ਇਹ ਨਹੀਂ ਲਿਆਉਣਾ। ਸਮਝ ਗਿਆ, ਪੁਰਬਲੇ ਕਰਮ ਜਾਗੇ। ਮੈਂ ਪਹਿਲੀ ਵਾਰ ਅਮਰੀਕਾ ਗਿਆ ਨਾ, ਉਹ ਮੇਰੀ ਭਤੀਜੀ ਸੀ। ਜਦੋਂ ਮੈਂ ਘਰ ਗਿਆ ਤਾਂ ਜਿਹੜਾ ਭਤੀਜ ਜਵਾਈ ਸੀ, ਉਹਦਾ ਕੰਮ ਸੀ ਪੂਰੀ ਬੋਤਲ ਰੋਜ਼ ਪੀਣੀ। ਕੁੜੀ ਕਹਿਣ ਲੱਗੀ ਗੱਲ ਸੁਣ ਲਾ, ਬਾਹਰ ਜੋ ਮਰਜ਼ੀ ਡੱਫ, ਚਾਚਾ ਜੀ ਆ ਰਹੇ ਹੈ, ਅਤੇ ਜਿੰਨਾ ਚਿਰ ਉਹ ਘਰ 'ਚ ਰਹਿਣਗੇ ਤੇਰੀ ਸ਼ਰਾਬ ਦੀ ਬੋਤਲ ਨਜ਼ਰ ਨਹੀਂ ਆਉਣੀ ਚਾਹੀਦੀ। ਕਹਿੰਦਾ ਠੀਕ ਹੈ, ਨਹੀਂ ਆਉਂਦੀ। ਉਹਨੇ ਕੀ ਕੀਤਾ, ਇੱਕ ਛੋਟੀ ਜਿਹੀ 2-2.5 ਫੁੱਟ ਦੀ ਫਰਿੱਜ ਲੈ ਆ। ਉਹ ਲਿਆ ਕੇ ਗਰਾਜ ਕਹਿੰਦੇ ਆ ਉਹਨੂੰ, ਉਹ ਗਰਾਜ ਦੇ ਵਿੱਚ ਨਾ ਫਰਿੱਜ ਰੱਖ ਕੇ ਤਾਂ ਉੱਤੇ ਜਿਹੜਾ ਗੱਤਾ ਉਹਦਾ ਹੁੰਦਾ ਉਹ ਦੇ ਦਿੱਤਾ, ਢੱਕ ਦਿੱਤਾ।
ਬਸ ਬਾਹਰੋਂ ਬਾਹਰ ਆਉਣਾ, ਬਾਹਰੋਂ ਬਾਹਰ ਪੀ ਕੇ ਆਪਣੇ ਅੰਦਰ ਵੜ ਜਾਣਾ। ਕੁੜੀ ਮੈਨੂੰ ਕਹਿਣ ਲੱਗੀ, ਚਾਚਾ ਜੀ ਇਹ ਹੈ ਤਾਂ, ਉਹਨੇ ਤਾਂ ਲਫ਼ਜ਼ ਹੋਰ ਵਰਤਿਆ। ਉਹ ਕਹਿੰਦੀ ਕੁੱਤੇ ਦੀ ਪੂਛ ਹੈ, ਸਿੱਧੀ ਹੋਣ ਵਾਲੀ ਨਹੀਂ ਹੈ, ਤਾਂ ਮੇਰੇ ਘਰ ਵਾਲਾ ਹੀ ਇਹ ਜ਼ਰੂਰ ਪੁੱਠਾ ਕੰਮ ਕਰਦਾ ਕੋਈ। ਮੈਂ ਕੀ ਕਰਦਾ? ਕਹਿੰਦੀ ਤੁਸੀਂ ਨਹੀਂ ਜਾਚਿਆ? ਕਹਿੰਦੇ ਕੀ? ਕਹਿੰਦੇ ਤੁਹਾਡੇ ਲਾਗੋਂ ਦੀ ਮੂੰਹ ਭਟਕੇ ਅੰਦਰ ਜਾ ਕੇ ਵੜ ਕੇ ਸੌਂ ਜਾਂਦਾ, ਪੀ ਕੇ ਹੁੰਦਾ। ਅੱਛਾ ਚਲੋ ਕੋਈ ਨਹੀਂ ਬੇਟਾ, ਰਹਿਣ ਦੇ, ਮੈਂ 2-4 ਦਿਨ ਕੱਟਣੇ ਆ। ਇੱਕ ਦਿਨ ਕੀ ਹੋਇਆ, ਸਵੇਰੇ ਐਤਵਾਰ ਦਾ ਦਿਨ ਸੀ, ਉਹ ਬਾਹਰ ਗੱਡੀਆਂ ਧੋ ਰਿਹਾ ਸੀ ਅਤੇ ਮੈਂ ਬਾਹਰ ਕੁਰਸੀ ਧੁੱਪੇ ਖੜ੍ਹਾ ਗਾ, ਅਖਬਾਰ ਪੜ੍ਹਦਾ ਸੀ। ਉਹਦਾ ਦੋਹਤਾ ਛੋਟਾ ਸੀ, ਇੰਨਾ ਕੁ 2-2.5 ਸਾਲ ਦਾ, ਉਹ ਖੇਡਦਾ ਸੀ। ਉਹਨੂੰ ਕਹਿੰਦਾ, ਰੈਂਡੀ ਪੁੱਤਰ ਮੇਰੇ ਲਈ ਜੂਸ ਲਿਆ ਅੰਦਰੋਂ। ਉਹ ਗਿਆ, ਉਹਨੇ ਗੱਤਾ ਹਟਾਇਆ, ਚਾਰੇ ਮਾਰ ਪਰੇ ਕੀਤਾ, ਫਰਿੱਜ ਖੋਲ੍ਹੀ, ਬੋਤਲ ਸ਼ਰਾਬ ਦੀ ਨਾਲ ਗਲਾਸ ਲਿਆ ਕੇ ਸੜਕ 'ਤੇ ਰੱਖਤਾ। ਕਹਿਣ ਲੱਗਾ, ਲੈ ਮਰ ਲੈ, ਡੱਫ ਲੈ। ਕਹਿੰਦਾ ਤੂੰ ਜਦੋਂ ਕੋਈ ਪ੍ਰਾਹੁਣਾ ਆਵੇ ਤਾਂ ਤੂੰ ਮਰਦਾ ਹੁੰਦਾ, ਤੂੰ ਡੱਫਦਾ ਹੁੰਦਾ, ਮੈਨੂੰ ਪਤਾ ਹੈ। ਉਹ ਦੋਨੋਂ ਹੀ ਨਾਨਾ ਦੋਹਤਾ ਗੱਲਾਂ ਕਰਦੇ ਸੀ। ਮੈਂ ਅਖਬਾਰ ਪੜ੍ਹਦੇ ਪੜ੍ਹਦੇ ਨੇ ਵੇਖਿਆ ਵੀ ਇਹ ਕੀ ਹੈ। ਜੋ ਦੇਖਿਆ ਸੜਕ ਦੇ ਵਿੱਚ ਸ਼ਰਾਬ ਬੋਤਲ ਅਤੇ ਨਾਲ ਉਹ ਪਈ। ਉਹਨੂੰ ਕਵੇ ਵੀ ਮੈਂ ਤੈਨੂੰ ਇਹ ਲਿਆਉਣ ਲਈ ਕਿਹਾ? ਕਹਿੰਦਾ ਮੈਨੂੰ ਪਤਾ ਤੂੰ ਡੱਫਦਾ ਹੁੰਦਾ। ਆਦਮੀ ਬੁਰੇ ਕੰਮ ਨੂੰ ਜਿੰਨਾ ਮਰਜ਼ੀ ਪਰਦਾ ਪਾ ਕੇ ਰੱਖੇ, ਉਹ ਬੁਰਾ ਜਿਹੜਾ ਨਾ ਫਿਰ ਵੀ ਨਿਕਲ ਆਉਂਦਾ ਬਾਹਰ। ਖੈਰ ਉਹਨੇ ਕਿਹਾ ਵੀ ਅੱਜ ਇਹ ਅੰਦਰ ਨਾ ਲਿਆਈ, ਅਤੇ ਸੰਤ ਆਏ ਹੋਏ ਨੇ। ਆ ਗਏ, ਚਲੋ ਕੋਈ ਜੋ ਵੀ ਛੋਲੇ ਸੀ, ਦਾਣੇ ਸੀ, ਕੁਝ ਖਾਧਾ ਅਤੇ ਉਹਨਾਂ ਨੇ ਆਪਣਾ ਟਾਈਮ ਪਾਸ ਕਰ ਲਿਆ। ਸੰਤ ਸਵੇਰੇ ਜਾਣ ਲੱਗੇ, ਉਹਨੂੰ ਕਹਿਣ ਲੱਗੇ, ਦੇਖ ਤੇਰਾ ਜੀਵਨ ਤਾਂ ਅੱਛਾ ਨਹੀਂ ਹੈ, ਆ ਇੱਕ ਸਾਡੇ ਕੋਲ ਤੋਤਾ ਹੈ, ਤੂੰ ਲੈ ਲਾ, ਅਤੇ ਇਹ ਜੋ ਤੋਤਾ ਬੋਲਿਆ ਕਰੇ ਉਹ ਤੂੰ ਬੋਲਣਾ ਹੈ। ਤੋਤਾ ਸਵੇਰੇ ਉੱਠਿਆ ਕਰੇ, ਉਹ ਕਿਹਾ ਕਰੇ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ, ਉੱਠੋ ਭਾਈ ਰਾਮ ਨਾਮ ਸੱਤ ਹੈ। ਉਹ ਜਿਵੇਂ ਤੋਤਾ ਕਿਹਾ ਕਰੇ ਅਤੇ ਬੇਸਵਾਈ ਵੀ ਰਾਮ ਨਾਮ ਸੱਤ ਹੈ, ਭਾਈ ਉੱਠੋ ਰਾਮ ਨਾਮ ਸੱਤ ਹੈ, ਕਹਿਣਾ ਸ਼ੁਰੂ ਕਰਤਾ। ਇੱਕ ਸੰਤ ਨੇ ਗੱਲ ਹੋਰ ਕਹੀ, ਕਹਿਣ ਲੱਗਾ, ਵੇਖੋ ਤੁਹਾਡੇ ਇੱਕ ਹੁਣ ਘਰ ਬੱਚਾ ਆਏਗਾ, ਬੱਚਾ ਪੈਦਾ ਹੋਏਗਾ, ਅਤੇ ਤੁਸੀਂ ਉਹਦਾ ਨਾਂ ਨਾਰਾਇਣ ਰੱਖਣਾ। ਲੋਕ ਕਹਿੰਦੇ ਸੰਤ ਕੁਝ ਨਹੀਂ ਦਿੰਦੇ। ਅੱਜ ਦੇ ਸਿੱਖ ਤਾਂ ਕਹਿੰਦੇ ਸੰਤ ਹੈ ਹੀ ਲੁਟੇਰੇ, ਹੈ ਹੀ ਵਿਹਲੜ, ਹੈ ਹੀ ਖਾਣ ਵਾਲੇ। ਪਰ ਜੋ ਸੰਤ ਕਰਦਾ ਨਾ, ਉਹ ਦੁਨੀਆ ਦਾ ਬੰਦਾ ਹੋਰ ਨਹੀਂ ਕੋਈ ਕਰ ਸਕਦਾ, ਹੋਰ ਨਹੀਂ ਕਰ ਸਕਦਾ ਕੋਈ। ਮੈਂ ਦੁਬਈ ਗਿਆ, ਜਿਸ ਘਰ ਮੈਂ ਠਹਿਰਿਆ ਮਿਸਤਰੀਆਂ ਦਾ ਪਰਿਵਾਰ ਸੀ, ਬਹੁਤ ਪ੍ਰੇਮੀ ਪਰਿਵਾਰ, ਅਤੇ ਮੈਂ ਤਾਂ ਚਲੋ 15 ਕੁ ਦਿਨ ਰਹਿ ਕੇ ਆ ਗਿਆ। ਮਗਰੋਂ ਚਲੇ ਗਏ ਪੰਜਾਬ ਦਾ ਪ੍ਰਸਿੱਧ ਜਥਾ, ਉਹ ਮੈਂ ਨਾਂ ਨਹੀਂ ਲੈਣਾ ਚੁੱਕੇ, ਅੱਜ ਚੱਲਦਾ ਨਾ ਤੁਹਾਡਾ TV, ਉਹ ਜਥਾ ਚਲੇ ਗਿਆ। ਉਹ ਵੀ ਉਸੇ ਘਰ ਠਹਿਰਿਆ। ਉਹਨੇ ਇਹ ਗੱਲ ਕਹੀ ਵੀ ਦੇਖੋ ਮੈਂ ਸੰਤਾਂ ਦਾ ਪ੍ਰੇਮੀ ਹੈ, ਮੇਰੇ ਘਰ ਵਾਲੀ ਵੀ ਸੰਤਾਂ ਦੀ ਪ੍ਰੇਮੀ ਹੈ, ਵੀ ਤੁਸੀਂ ਕਥਾ ਕਰਦੇ ਨਾ ਸੰਤ ਦੀ ਨਿੰਦਿਆ ਨਾ ਕਰਿਓ, ਮੈਂ ਨਹੀਂ ਸੁਣ ਸਕਦਾ, ਨਾ ਮੇਰੀ ਘਰ ਵਾਲੀ ਸੁਣ ਸਕਦੀ। ਉਹ ਕਹਿੰਦਾ ਅੱਛਾ। ਪਹਿਲੇ ਦਿਨ ਹੀ ਕਥਾ ਕਰਨ ਗਏ, ਕਾਰ ਵਿੱਚ ਉਹਨਾਂ ਨੂੰ ਬਿਠਾ ਕੇ ਲੱਗਿਆ। ਪਹਿਲੇ ਦਿਨ ਹੀ ਤਵਾ ਸੰਤਾਂ ਦੇ ਉੱਤੇ। ਸੰਤਾਂ ਵਿਚਾਰਿਆਂ ਦੇ ਨਾ ਕੋਈ ਮਾਂ ਹੁੰਦਾ ਨਾ ਪਿਓ ਹੁੰਦਾ, ਤਵਾ ਲੋਕੀ ਸੰਤ 'ਤੇ ਹੀ ਲਾਉਂਦੇ ਆ। ਤਵਾ ਲਾਤਾ, ਉਹਨੂੰ ਬੜਾ ਦੁੱਖ ਹੋਇਆ, ਘਰ ਵਾਪਸ ਆ ਗਿਆ। ਨਿੰਮੋ ਚੋਣਾ ਜਿਹਾ ਮੂੰਹ ਬਣਾਇਆ, ਘਰ ਵਾਲੀ ਰੋਟੀ ਖਿਲਾਉਣ ਲੱਗੀ, ਕਹਿੰਦੀ ਪਰ ਸਰਦਾਰ ਜੀ ਕੀ ਗੱਲ? ਕਹਿੰਦਾ ਕੁਛ ਨਹੀਂ। ਉਹ ਜੋ ਰੋਟੀ ਖਾ ਕੇ ਗਿਆਨੀ ਉੱਠ ਕੇ ਕਮਰੇ 'ਚ ਚੱਲ ਗਏ ਨਾ, ਫਿਰ ਦੱਸਣ ਲੱਗਾ ਵੀ ਅੱਜ ਆਹ ਕੁਛ ਹੋਇਆ, ਮੇਰਾ ਬੜਾ ਦਿਲ ਦੁਖੀ। ਕਹਿੰਦੀ ਚਲੋ ਕੋਈ ਹੋ ਜਾਓ। ਰੋਟੀ ਖਾ ਕੇ ਤਾਂ ਕੋਈ ਜਾ ਕੇ ਬੈਠ ਕੇ ਕਹਿੰਦੇ, ਗਿਆਨੀ ਜੀ ਤੁਸੀਂ ਲੁਧਿਆਣੇ ਤੋਂ ਆਏ ਹੋ? ਕਹਿੰਦੇ ਹਾਂਜੀ। ਫਿਰ ਤੁਹਾਡੇ ਕੋਲ ਕਾਰ ਕਿੰਨੀ ਕੁ ਕੀਮਤੀ ਹੈ? ਕਹਿੰਦੇ ਚੰਗੀ ਕਾਰ ਹੈ, ਵਧੀਆ ਹੈ। ਕੋਠੀ ਤੁਹਾਡੀ ਕਿੰਨੀ ਕੁ ਹੈ? 2 ਕਰੋੜ ਦੀ ਹੋਊਗੀ। ਫਿਰ ਤੁਸੀਂ ਇਹ ਟਿਕਟ ਜਿਹੜੀ ਹੈ ਗੁਰਦੁਆਰੇ ਵਾਲੇ ਕੋਲ ਲਈ ਹੈ? ਕਹਿੰਦੇ ਹਾਂਜੀ। ਗੁਰਦੁਆਰੇ ਤੁਹਾਨੂੰ ਪੈਸੇ ਵੀ ਦੇਣਗੇ? ਕਹਿੰਦੇ ਹਾਂਜੀ। ਆ ਜਿਹੜੇ ਤੁਹਾਨੂੰ ਫਿਰ ਕਥਾ 'ਚ ਪੈਸੇ ਲੋਕ ਦਿੰਦੇ ਇਹ ਵੀ ਤੁਹਾਡੇ? ਕਹਿੰਦੇ ਹਾਂਜੀ। ਕਹਿੰਦੇ ਇਹਨਾਂ ਪੈਸਿਆਂ ਵਿੱਚੋਂ ਕਿਸੇ ਗਰੀਬ ਦੀ ਕੁੜੀ ਦੇ ਵਿਆਹ 'ਚ 200 400 500 ਦਿਓਗੇ? ਕਿਸੇ ਗਰੀਬ ਬੱਚੇ ਨੂੰ ਕਿਤਾਬ ਕੱਪੜਾ ਲੈ ਕੇ ਦਿਓਗੇ? ਕਹਿੰਦੇ ਲੈ ਸਾਡੇ ਆਪਣੇ ਨਿਆਣੇ ਨੇ, ਆਪਣਾ ਗੁਜ਼ਾਰੇ ਹੁੰਦਾ ਹੀ ਕਿੱਦਾਂ ਲੈ ਕੇ ਜਾਣਾ। ਉਹ ਕਹਿੰਦੇ ਜਿਹੜੇ ਤੁਸੀਂ ਸੰਤਾਂ ਦੀ ਨਿੰਦਿਆ ਕਰਦੇ ਸੀ ਨਾ, ਅੱਜ ਇੱਥੇ ਤੁਸੀਂ ਬੈਠੇ ਹੋ 20 ਦਿਨ ਭੁੰਜੇ ਵਿਸਰਾ ਕਰਕੇ
ਸੰਤ ਇੱਥੋਂ ਗਿਆ, ਇੱਕ ਖੁੱਲ੍ਹਾ ਪਾਠ ਕਰ ਗਿਆ ਸਾਡੇ ਘਰ 'ਚ, ਅਤੇ ਮਾਲਾ ਜਿਹੜੀ ਫੇਰੀ ਉਹਨੇ ਵੱਖਰੀ, ਜਿਹੜੇ 4 ਪੈਸੇ ਅਸੀਂ ਦਿੱਤੇ ਅਤੇ ਜਿਹੜੇ ਗੁਰਦੁਆਰੇ ਵਾਲੇ ਸੰਗਤ ਨੇ ਦਿੱਤੇ, ਕਹਿੰਦਾ ਉਹ ਪਏ ਆ ਸਾਰੇ। ਉਹ ਆਪਣਾ ਟਿਕਟ ਲੈ ਕੇ ਆਇਆ ਸੀ, ਚਲਾ ਗਿਆ। ਉਹਦੇ 20-25 ਬੱਚੇ ਉਹਦੇ ਕੋਲ ਸਕੂਲ ਪੜ੍ਹਦੇ ਆ, ਵਿੱਦਿਆ ਪੜ੍ਹਾਉਂਦਾ, ਫਿਰ ਉਹ ਦਵਾਈਆਂ ਦਿੰਦਾ। ਗਰੀਬ ਗੁਰਬੇ ਦੀ ਲੜਕੀ 'ਚ 1000-2000 ਰੁਪਈਆ ਵੀ ਕਿਸੇ ਨੂੰ ਪੇਟੀ, ਕਿਸੇ ਨੂੰ ਮਸ਼ੀਨ ਲੈ ਕੇ ਦਿੰਦਾ। ਤੁਸੀਂ 1 ਪੈਸਾ ਦੇਣ ਤਿਆਰ ਨਹੀਂ ਅਤੇ ਤੁਸੀਂ ਸੰਤ ਦੀ ਨਿੰਦਿਆ ਕਰਦੇ ਹੋ। ਕਹਿੰਦਾ ਨਹੀਂ, ਉੱਦਾਂ ਤਾਂ ਕੋਈ ਸੰਤ ਹੈਗਾ, ਪਰ ਕਹਿੰਦੇ ਜਿਹੜਾ ਮਾੜਾ ਸੰਤ ਉਹਦਾ ਨਾਂ ਲੈ ਦਿਓ, ਫਿਰ ਤੁਸੀਂ ਸਾਰਿਆਂ ਨੂੰ ਕਿਉਂ ਰਗੜਦੇ ਹੋ, ਸਾਰਿਆਂ ਨੂੰ ਕਿਉਂ ਨਿੰਦਾ ਕਰਦੇ ਹੋ। ਸੰਤ ਨੇ ਇੱਕ ਅੱਖਰ ਦੇਣਾ ਉਹਨੂੰ। ਸੰਤ ਨੇ ਕੀ ਕਹਿਣਾ, ਇਹ ਗੁਰਮੁਖਾ ਸਵੇਰੇ ਉੱਠਿਆ ਕਰ। ਇਹ ਨਹੀਂ ਕਹਿੰਦੇ ਓਏ ਤੂੰ ਉੱਠਿਆ ਕਰ, ਨਾ, ਗੁਰਮੁਖਾ ਪਿਆਰਿਆ, ਰੱਬ ਦਾ ਪਿਆਰਿਆ, ਤੂੰ ਸਵੇਰੇ ਉੱਠਿਆ ਕਰ, ਫਿਰ ਇਸ਼ਨਾਨ ਕਰਿਆ ਕਰ, ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹਿਆ ਕਰ, ਫਿਰ ਸਾਰਾ ਦਿਨ ਪਰਮਾਤਮਾ ਨੂੰ ਯਾਦ ਕਰਿਆ ਕਰ, ਝੂਠ ਨਾ ਬੋਲਿਆ ਕਰ, ਸ਼ਰਾਬ ਨਾ ਪੀਆ ਕਰ, ਮੀਟ ਨਾ ਖਾਇਆ ਕਰ। ਹੌਲੀ 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 ਸੰਤ ਨੇ ਉਹਨੂੰ ਰਸਤੇ 'ਤੇ ਲੈ ਕੇ ਆਉਣਾ। ਇੱਕ ਨੀਤੀ ਦਾ ਸਲੋਕ ਹੈ, ਪਾਰਸ ਅਤੇ ਸੰਤ ਮੈਂ ਬੜੋ ਅੰਤਰੋ ਜਾਨ, ਬੈ ਲੋਹਾ ਕੰਚਨ ਕਰੇ ਬੈ ਕਰੇ ਆਪ ਸਮਾਨ। ਪਾਰਸ ਵਿੱਚ ਅਤੇ ਸੰਤ ਵਿੱਚ ਬਹੁਤ ਫਰਕ ਹੈ। ਟਾਈਮ ਟੂ ਮੈਨੂੰ ਦੱਸਿਆ ਨਹੀਂ, 12 ਵਜੇ ਦੀ ਸਮਾਪਤੀ ਹੈ। ਚਲੋ ਮੈਂ ਹੋਰ 5-7 ਮਿੰਟ ਘਸੀਟ ਕੇ ਟਾਈਮ ਪੂਰਾ ਕਰਕੇ ਨਾ ਫਿਰ ਮੈਂ ਬੰਦ ਹੋ ਜਾਣਾ। ਪਾਰਸ ਅਤੇ ਸੰਤ ਮੈਂ ਬੜੋ ਅੰਤਰੋ ਜਾਨ। ਪਾਰਸ ਵਿੱਚ ਅਤੇ ਸੰਤ ਵਿੱਚ ਕਹਿੰਦੇ ਬਹੁਤ ਫਰਕ ਹੈ। ਕੀ ਫਰਕ ਹੈ? ਪਾਰਸ ਜਿਹੜਾ ਹੈ ਨਾ, ਲੋਹੇ ਨੂੰ ਸੋਨਾ ਬਣਾਉਂਦਾ, ਲੋਹੇ ਨੂੰ ਸੋਨਾ ਬਣਾਉਂਦਾ। ਲੋਹਾ ਮੇਰੇ ਖਿਆਲ 7 ਰੁਪਏ ਕਿਲੋ ਹੋਣਾ, ਅਤੇ ਸੋਨਾ 60,000 ਰੁਪਏ ਤੋਲਾ ਆ। 6.5 ਲੱਖ ਦਾ ਮੇਰੇ ਖਿਆਲ ਕਿਲੋ ਹੋਣਾ, ਉਹਦੇ ਉੱਤੇ ਹੀ ਹੋਣਾ। ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਹੈ, ਪਰੰਤੂ ਸੰਤ ਜਿਹੜਾ ਨਾ ਉਹ ਕਰੇ ਆਪ ਸਮਾਨ। ਚੋਰ ਨੂੰ, ਠੱਗ ਨੂੰ, ਲੁਟੇਰੇ ਨੂੰ, ਝੂਠੇ ਨੂੰ, ਫਰੇਬੀ ਨੂੰ, ਕਾਮੀ ਨੂੰ, ਲੋਭੀ ਨੂੰ, ਲਾਲਚੀ ਨੂੰ ਉਹ ਆਪਣੇ ਸਮਾਨ, ਆਪਣੇ ਬਰਾਬਰ ਕਰ ਲੈਂਦਾ। ਚਲੋ ਗੱਲਾਂ ਤਾਂ ਬਹੁਤ ਹੈ, ਮੈਂ ਸੁਣਾਈ ਜਾਣੀਆਂ, ਤੁਸੀਂ ਸੁਣੀ ਜਾਣਾ। ਜੰਮੂ 'ਚ ਇੱਕ ਸੰਤ ਰਹਿੰਦਾ ਸੀ, ਉਹਨੂੰ ਕੋਈ ਘੋੜਾ ਚੜ੍ਹਾ ਗਿਆ। ਸੰਤਾਂ ਦਾ ਘੋੜਾ, ਵਿਹਲੇ ਰਹਿਣਾ, ਚੰਗਾ ਖਾਣਾ ਪੀਣਾ, ਤਗੜਾ ਹੋ ਗਿਆ ਬੜਾ। ਇੱਕ ਦਿਨ ਇੱਕ ਡਾਕੂ ਨੇ ਦੇਖਿਆ ਵੀ ਘੋੜਾ ਤਗੜਾ, ਸੰਤਾਂ ਦਾ ਖੋਲ੍ਹ ਲਈਏ। ਉਹ ਜਦੋਂ ਆਇਆ ਕਰੇ, ਜਾਂ ਸੰਤ ਬੈਠ ਕੇ ਮਾਲਾ ਫਿਰਦੇ ਹੋਣ ਜਾਂ ਘੁੰਮਦੇ ਹੋਣ, ਉਹਦਾ ਦਾਅ ਨਹੀਂ ਲੱਗਿਆ ਘੋੜਾ ਖੋਲ੍ਹਣ ਦਾ। ਉਹਨੇ ਕਿਹਾ ਚਲੋ ਹੁਣ ਇੱਦਾਂ ਨਹੀਂ ਤਾਂ ਦੂਜੇ ਤਰੀਕੇ ਨਾਲ ਸਹੀ। ਇੱਕ ਦਿਨ ਸ਼ਾਮ ਨੂੰ ਥੋੜ੍ਹਾ ਜਿਹਾ ਹਨੇਰਾ ਹੋਣ ਲੱਗਿਆ, ਆ ਗਿਆ, ਸੰਤਾਂ ਦੇ ਪੈਰ ਫੜੇ, ਰੋਣ ਲੱਗ ਪਿਆ, ਮਹਾਰਾਜ ਮੈਂ ਲੁੱਟਿਆ ਗਿਆ, ਮੈਂ ਮਰ ਗਿਆ, ਮੈਂ ਮਾਰਿਆ ਗਿਆ, ਮੇਰਾ ਘਰ ਉਜੜ ਚੱਲਿਆ। ਕਹਿੰਦੇ ਕਿਉਂ? ਮੇਰੇ ਘਰ ਵਾਲੀ ਦੇ ਬੱਚੀ ਬੱਚਾ ਹੋਣ ਵਾਲਾ ਹੈ, ਸ਼ਹਿਰ ਬੜੀ ਦੂਰ ਹੈ, ਅਤੇ ਮੈਂ ਉਹਨੂੰ ਲੈ ਕੇ ਕਿੱਦਾਂ ਜਾਵਾਂ? ਜੇ ਤੁਸੀਂ ਮੈਨੂੰ ਘੋੜਾ ਦਿਓ ਤਾਂ ਮੈਂ ਉਹਨੂੰ ਲੈ ਜਾਵਾਂ ਤਾਂ ਬਚ ਜਾਏਗੀ। ਸੰਤ ਕਹਿੰਦੇ ਲੈ ਘੋੜਾ ਲੈ ਜਾ। ਘੋੜਾ ਲੈ ਗਿਆ। ਉਹਨੇ ਦੇਣਾ ਥੋੜ੍ਹੀ ਸੀ ਮੁੜ ਕੇ, ਤਾਂ ਠੱਗ ਮਾਰਨੀ ਸੀ। ਮਹੀਨੇ 15 ਦਿਨ ਬਾਅਦ ਫੜਿਆ ਗਿਆ। ਜਦੋਂ ਪੁਲਿਸ ਨੇ ਫਿਰ ਸਿੱਧਾ ਕੀਤਾ, ਕਿਹੜੀ ਚੋਰੀ ਕੀਤੀ? ਕਹਿੰਦਾ ਮੈਂ ਸੰਤਾਂ ਦਾ ਘੋੜਾ ਵੀ ਠੱਗੀ ਮਾਰੀ ਸੀ। ਥਾਣੇਦਾਰ ਕਹਿਣ ਲੱਗਾ ਵੀ ਚਲੋ ਹੋਰ ਗਵਾਹੀ ਤਾਂ ਕੀ ਲੈਣੀ, ਸੰਤਾਂ ਦੀ ਗਵਾਹੀ ਲੈ ਲਓ। ਜਾ ਕੇ ਕਹਿੰਦਾ ਮਹਾਰਾਜ ਸੰਤ ਜੀ ਤੁਹਾਡਾ ਘੋੜਾ ਇਹਨੇ ਖੋੜਿਆ ਸੀ? ਕਹਿੰਦੇ ਨਹੀਂ ਥਾਣੇਦਾਰ ਸਾਹਿਬ, ਇਹ ਤਾਂ ਮੇਰਾ ਮਿੱਤਰ ਹੈ, ਇਹਨੇ ਮੇਰਾ ਘੋੜਾ ਨਹੀਂ ਖੋੜਿਆ, ਮੈਂ ਤੈਨੂੰ ਘੋੜਾ ਦਿੱਤਾ ਸੀ, ਮੈਂ ਆਪ ਹੀ ਦਿੱਤਾ। ਉਹ ਹੁਣ ਚੋਰ ਠੱਗ ਜਿਹੜਾ ਹੈ, ਕਦੇ ਥਾਣੇਦਾਰ ਮੂੰਹ ਵੱਲ ਦੇਖਦਾ, ਸੰਤਾਂ ਵੱਲ ਵੇਖਦਾ। ਸੰਤ ਕਹਿੰਦੇ ਭਾਈ ਇਹਨੂੰ ਨਹੀਂ ਕਹਿਣਾ ਕੁਛ ਵੀ, ਇਹ ਤਾਂ ਮੇਰਾ ਮਿੱਤਰ ਹੈ, ਇਹਨੂੰ ਮੈਂ ਘੋੜਾ ਦਿੱਤਾ ਹੈ, ਤੂੰ ਚੋਰ ਕਿਵੇਂ ਕਹਿਣਾ? ਥਾਣੇਦਾਰ ਕਹਿੰਦਾ ਅੱਛਾ ਜੀ, ਛੱਡ ਕੇ ਚਲਾ ਗਿਆ। ਹੁਣ ਉਹ ਕੁੱਲੀ ਦੇ ਬਾਹਰ ਬੈਠਾ, ਸ਼ਾਮ ਦਾ ਟਾਈਮ ਹੋ ਗਿਆ। ਸੰਤ ਕਹਿਣ ਲੱਗੇ ਓਏ ਭਲਿਆ ਲੋਕਾਂ, ਤੂੰ ਜਾ ਹੁਣ ਘਰ ਨੂੰ। ਕਹਿੰਦਾ ਮਹਾਰਾਜ ਹੁਣ ਮੈਂ ਸਾਰੇ ਘਰ ਛੱਡ ਦਿੱਤੇ, ਮੈਂ ਜਿਸ ਘਰ ਜਾਣਾ ਸੀ ਆ ਗਿਆ, ਹੁਣ ਮੇਰੇ ਇਹ ਘਰ ਤੋਂ ਬਿਨਾਂ ਮੇਰਾ ਕੋਈ ਘਰ ਨਹੀਂ। ਬੈ ਲੋਹਾ ਕੰਚਨ ਕਰੇ ਬੈ ਕਰੇ ਆਪ ਸਮਾਨ। ਸੰਤਾਂ ਦੇ ਚਰਨ 'ਚ ਪੈ ਗਿਆ, ਬੰਦਗੀ ਕਰਦਾ ਰਿਹਾ, ਸੰਤ ਬਣ ਗਿਆ। ਲਓ ਮੈਂ ਗੱਲ ਖਤਮ ਕਰਾਂ। ਉਹ ਕਹਿਣ ਲੱਗੇ ਪੁੱਤਰ ਦਾ ਨਾਮ ਤੂੰ ਨਰੈਣ ਰੱਖੀ। ਇੱਕ ਗੱਲ ਹੈ,
ਵੱਡੇ ਮੁੰਡੇ ਵੀ ਪਿਆਰੇ ਹੁੰਦੇ, ਵੀ ਜਿਹੜਾ ਛੋਟਾ ਮਾਂ ਨੂੰ ਗੋਦ 'ਚ ਹੁੰਦਾ ਨਾ ਉਹ ਬੜਾ ਪਿਆਰਾ ਹੁੰਦਾ। ਮਾਈਆਂ ਨੂੰ ਪਤਾ ਹੀ ਹੈ, ਜ਼ਿਆਦਾ ਪਿਆਰਾ ਜਿਹੜਾ ਗੋਦ 'ਚ ਹੁੰਦਾ ਨਾ ਉਹ ਜ਼ਿਆਦਾ ਪਿਆਰਾ ਹੁੰਦਾ। ਜਦੋਂ ਵੀ ਕੋਈ ਗੱਲ ਨਾਰਾਇਣ ਨਾਰਾਇਣ ਨਾਰਾਇਣ, ਬਸ ਨਾਰਾਇਣ ਦਾ ਨਾਂ ਰਹਿ ਗਿਆ। ਲਾਸਟ ਟਾਈਮ 'ਚ ਜਦੋਂ ਜੰਮ ਆਏ ਨਾ ਤੇ ਉਹ ਨਾਰਾਇਣ ਨਾਰਾਇਣ ਬਾਜ ਮਾਰ ਲਿਆ। ਖੈਰ ਜੇ ਤੁਸੀਂ ਕਹੋਗੇ ਸੰਤ ਝੂਠ ਵੀ ਮਾਰਦੇ ਆ, ਚਲੋ ਅੱਧਾ ਕੁ ਤਾਂ ਝੂਠ ਮੈਂ ਮਾਰ ਦੂੰਗਾ, ਬਾਕੀ ਗੁਰੂ ਗ੍ਰੰਥ ਸਾਹਿਬ ਸੱਚ ਕਹਿੰਦੇ ਆ। ਉਹ ਕਹਿੰਦੇ ਨੇ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਸਾਰਾ। ਅਜਾਮਲ ਪਾਪੀ ਨੂੰ ਸਾਰੇ ਸੰਸਾਰ ਜਾਣਦੇ ਵੀ ਪਾਪੀ ਸੀ, ਪਰੰਤੂ ਲਾਸਟ ਟਾਈਮ 'ਚ ਉਹਨੇ ਈਸ਼ਵਰ ਦਾ ਨਾਮ ਜਪਿਆ, ਇੱਕ ਨਿਮਖ ਵਿੱਚ ਉਹਦਾ ਨਸਾਰਾ ਕਰਤਾ। ਹਰ ਹਰ ਕਰਤ ਪੂਤਨਾ ਤਰੀ। ਜਿਹੜੀ ਪੂਤਨਾ ਆਪਣੀ ਛਾਤੀ ਨੂੰ ਜ਼ਹਿਰ ਲਾ ਕੇ ਗਈ ਸੀ ਕ੍ਰਿਸ਼ਨ ਨੂੰ ਦੁੱਧ ਪਿਆਉਣ ਮਾਰਨ ਵਾਸਤੇ, ਕਹਿੰਦੇ ਉਹ ਵੀ ਤਰ ਗਈ। ਤੋ ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਵੀ ਸੰਤ ਜਿਹੜਾ ਨਾ ਪਰਮੇਸ਼ਰ ਦਾ ਨਾਮ ਦ੍ਰਿੜ ਕਰਦਾ, ਪੱਕਾ ਕਰਦਾ, ਤੇ ਉਸ ਨਾਮ ਦੇ ਆਸਰੇ ਇੱਕ ਇੱਕ ਕਣੀ ਦੇ ਕੇ ਸੰਸਾਰ ਦੇ ਭੁੱਲੇ ਭਟਕੇ ਕਈ ਜੁਨੀਆਂ ਭੋਗਣ ਵਾਲੇ ਇਨਸਾਨਾਂ ਨੂੰ ਮੁਕਤੀ ਦਾ ਰਾਹ ਦੱਸ ਦਿੰਦਾ। ਸੰਤ ਬਾਬਾ ਨਾਰਾਇਣ ਸਿੰਘ ਮਹਾਰਾਜ, ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਵੀ ਬਹੁਤ ਜੀਵਾਂ ਦਾ ਉਧਾਰ ਕੀਤਾ। ਹੁਣ ਵੀ ਉਹਨਾਂ ਦੀ ਯਾਦ ਮਨਾਉਣ ਦਾ ਇੱਕੋ ਹੀ ਮਤਲਬ ਹੈ ਕਿ ਸਾਨੂੰ ਉਹਨਾਂ ਮਹਾਂਪੁਰਸ਼ਾਂ ਦਾ ਜਿਹੜਾ ਜੀਵਨ ਸੀ ਯਾਦ ਆ ਜਾਏ, ਅਸੀਂ ਨਾਰਾਇਣ ਨੂੰ ਸਿਮਰਨ ਮੰਨ ਕਰਨ ਵਾਲੇ ਨਾਰਾਇਣ ਨਾਲ ਜੁੜ ਜਾਈਏ, ਸਾਡਾ ਆਉਣਾ ਜਾਣਾ ਸਫਲ ਹੋ ਜਾਏ। ਔਰ ਸਫਲ ਜੀਵਨ ਜਿਹੜਾ ਹੈ ਉਹ ਚੰਗਾ ਹੁੰਦਾ। ਮਾੜਾ ਜੀਵਨ ਜਿਹੜਾ ਨਾ ਲੋਕ ਵੀ ਧਿਕਾਰ ਕਰਦੇ ਆ ਉਹਨੂੰ, ਅਤੇ ਮਾੜੇ ਜੀਵਨ ਵਾਲੇ ਨੂੰ ਅੱਗੇ ਵੀ ਫਿਰ ਨਰਕੀ ਮਿਲਦੇ ਆ, ਬੁਰੇ ਕਰਮ 'ਚ ਜਾਂਦਾ। ਇਸ ਲਈ ਸਤਿਗੁਰੂ ਦਾ ਮੈਂ ਇੱਕ ਬਚਨ ਸ਼ੁਰੂ ਕੀਤਾ ਸੀ ਭਈ ਜਿਹੜਾ ਬੰਦਾ ਅਖੀਰ ਵਿੱਚ ਨਾਮ ਸਿਮਰਦਾ ਉਹ ਧੰਤਾ ਦੇ ਯੋਗ ਹੈ, ਔਰ ਉਹ ਸੰਸਾਰ ਵਿੱਚ ਮੁਕਤ ਹੋ ਕੇ ਸੁਰਖਰੂ ਹੋ ਕੇ ਜਾਂਦਾ ਹੈ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਮੁਖ ਭਣੀਐ। ਮਹਾਂਪੁਰਸ਼ਾਂ ਨੇ ਸਿਮਰਨ ਕੀਤਾ। ਹੁਣ ਵੀ ਭਾਵੇਂ ਸਰੀਰ ਕਰਕੇ ਨਹੀਂ, ਪਰ ਹੁਣ ਵੀ ਸਾਨੂੰ ਪ੍ਰੇਰਨਾ ਦੇ ਰਹੇ ਆ ਕਿ ਤੁਸੀਂ ਹਰੀ ਦਾ ਸਿਮਰਨ ਕਰੋ, ਬੰਦਗੀ ਕਰੋ, ਤੁਹਾਡਾ ਮਨੁੱਖਾ ਜਨਮ ਸਫਲ ਹੋ ਜਾਏ। ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਆਪਣੇ ਦਿਲ ਦੀ ਗਹਿਰਾਈ ਤੋਂ ਸ਼ਰਧਾਂਜਲੀ, ਵਾਕਾਂਜਲੀ, ਭਾਵਾਂਜਲੀ ਸਮਰਪਿਤ ਕਰਦਾ ਹੋਇਆ ਬਾਣੀ ਨੂੰ ਵਿਰਾਮ ਦੇ ਰਹੇ ਹਾਂ। ਮੇਰੇ ਬਹੁਤ ਹੀ ਪਿਆਰੇ ਅਜੀਜ਼ ਸੰਤ ਸੁਖਵੰਤ ਸਿੰਘ ਜੀ, ਡਾਕਟਰ ਸਾਹਿਬ, ਅੱਛਾ ਤਰੀਕਾ ਹੈ, ਮਕਾਨ ਦੀ ਵੀ ਬੜੀ ਤਰੱਕੀ ਕੀਤੀ ਹੈ, ਜੋੜ ਰਹੇ ਨੇ ਸੰਗਤਾਂ ਨੂੰ। ਮੈਨੂੰ ਯਾਦ ਹੈ ਜਦੋਂ ਮੇਰੇ ਵੱਡੇ ਗੁਰ ਭਾਈ ਪੂਰੇ ਹੋ ਗਏ ਨਾ, ਮੈਂ ਬੜਾ ਅਸਮੰਜਸ ਸੀਗਾ ਕਿ ਗਾਂ ਹੁਣ ਗੱਦੀ ਦੇਣੀ ਹੈ। ਉਹਨਾਂ ਦੇ ਟਾਈਮ 'ਚ ਇੱਕ ਬੰਦਾ ਆ ਗਿਆ ਸੀ, ਮੁੰਡਾ, 1 ਸਾਲ ਵਿੱਚ ਉਹ ਤਜੌਰੀ ਤੱਕ ਪਹੁੰਚ ਗਿਆ ਸੀ। ਉਹਨਾਂ ਨੂੰ ਇਹ ਪਤਾ ਸੀ ਸੰਤ ਨਾਰ ਸੋਹਣੇ ਦੀ ਜਿਹੜੀ ਅਲਮਾਰੀ ਹੈ ਉਹਦੇ 'ਚ ਕੀ ਪਿਆ, ਇੰਨਾ ਪਤਾ ਸੀ 1 ਸਾਲ 'ਚ। ਉਹਨੂੰ ਮੈਂ ਕਿਹਾ ਭਾਈ ਤੂੰ ਸਾਲ 2 ਸਾਲ ਸੰਤਾਂ ਦੀ ਸੇਵਾ ਕਰ, ਦਰਬਾਰ ਸਾਹਿਬ ਦੀ ਵਿੱਦਿਆ ਪੜ੍ਹ, ਪਰ ਨਹੀਂ, ਉਹਦੇ ਦੁਆਲੇ ਵਾਲੇ ਐਡਾ ਵੱਡਾ ਜਾਲ ਪੁਣਿਆ ਸੀਗਾ। ਸਾਰੇ ਵਿਰੋਧੀ ਜਿਹੜੇ ਸੀ ਇੱਥੇ ਜਲੰਧਰ 'ਚ ਹੀ ਬੈਠੇ ਸੀ, ਅਤੇ 5-6 ਇੱਥੇ ਆ ਗਏ ਸੀ। ਮੈਂ ਸੋਚਦਾ ਇਹਨਾਂ ਨੂੰ ਸੱਦਿਆ ਵੀ ਨਹੀਂ, ਬੁਲਾਇਆ ਵੀ ਨਹੀਂ, ਕਿੱਥੇ ਬਰਨਾਲਾ, ਕਿੱਥੇ ਬਠਿੰਡਾ, ਕਿੱਥੇ ਮੁਕਤਸਰ ਹੈ, ਇਹ ਸਾਰੇ ਕਿਵੇਂ ਪਹਿਲਾਂ ਹੀ ਪਹੁੰਚ ਗਏ ਰਾਤ ਨੂੰ। ਬੜੀ ਅਚੰਭੇਦੀ ਬਾਤ ਹੋਈ। ਖੈਰ ਹਿੰਮਤ ਕਰਕੇ ਮੈਂ ਪਿੰਡ ਦੇ ਉਸ ਵੇਲੇ ਪਤਵੰਤੇ ਸੱਜਣਾਂ ਨੂੰ ਸੱਦਿਆ। 8-10 ਪਤਵੰਤੇ ਸੱਜਣ ਆਏ। ਮੈਂ ਇਹਨਾਂ ਨੂੰ ਹੱਥ ਜੋੜ ਕੇ ਕਿਹਾ, ਮੈਂ ਕਿਹਾ ਵੇਖੋ ਬਈ, ਮੇਰਾ ਉਹ ਗੁਰਭਾਈ ਸੀ, ਮੇਰਾ ਉਹ ਮਿੱਤਰ ਵੀ ਸੀ, ਮੇਰਾ ਭਰਾ ਵੀ ਸੀ, ਔਰ ਬੜਾ ਪ੍ਰੇਮ ਸੀ ਸਥਾਨ ਨਾਲ ਵੀ, ਅਤੇ ਤੁਹਾਨੂੰ ਪਤਾ ਹੁਣ ਇਹ ਗਾਂ ਜ਼ਿੰਮੇਵਾਰੀ ਦੇਣੀ ਹੈ। ਉਹ ਪੰਚਾਇਤ ਵਾਲੇ ਵੀ ਵਿੱਚੇ ਸੀ, ਦੂਜੇ ਵੀ, ਗਿਆਨੀ ਨਾਜਰ ਸਿੰਘ ਔਰ ਗੁਰਮੀਤ ਸਿੰਘ, ਪੰਚਾਇਤ ਵਾਲੇ ਸਾਰੇ ਸੀ। ਇੱਥੇ ਇੱਕ ਖੜੇ ਸੀ ਬਾਹਰ, ਉਹ ਕਹਿਣ ਲੱਗੇ ਸਾਡਾ ਇੱਕ ਨਾਰ ਸਿੰਘ ਚਲਾ ਗਿਆ, ਇੱਕ ਨਾਰ ਸਿੰਘ ਸਾਡੇ ਕੋਲ ਹੈ।
ਮੈਂ ਕਿਹਾ ਵੀ ਨਾਰ ਸਿੰਘ ਤਾਂ ਚਲਾ ਗਿਆ ਤੇ ਦੂਆ ਉਹ ਮੇਰੀ ਵੱਲ ਉਂਗਲੀ ਕਰਕੇ ਕਹਿੰਦੇ ਤੁਸੀਂ ਨਾਰ ਸਿੰਘ। ਅਸਲ ਵਿੱਚ ਉਹਨੂੰ ਇਹ ਨਹੀਂ ਪਤਾ ਵੀ ਸਕੇ ਭਰਾ ਨੇ ਕਿ ਗੁਰੂ ਭਾਈ ਨੇ ਕਿ ਕੀ ਇਹਨਾਂ ਦਾ ਨਿਆਤਾ। ਤੇ ਮੈਂ ਕਿਹਾ ਅੱਛਾ। ਕਹਿੰਦੇ ਅਸੀਂ ਸਾਡੀ ਇੱਕ ਇੱਛਾ ਆ, ਸਾਡਾ ਇਹ ਜਿਹੜਾ ਡੇਰਾ ਆ ਮਕਾਨ ਹੈ ਇਹ ਤਰੱਕੀ ਕਰੇ, ਸਾਡਾ ਚੱਲਣਾ ਚਾਹੀਦਾ ਵਧੀਆ। ਮੈਂ ਕਿਹਾ ਚਲੋ ਫਿਰ ਕਹੋ ਧੰਨ ਗੁਰੂ ਨਾਨਕ ਦੇਵ, ਜਿੱਦਾਂ ਤੁਸੀਂ ਕਹਿੰਦੇ ਉੱਦਾਂ ਹੀ ਤਰੱਕੀ ਹੋਊਗੀ, ਉੱਦਾਂ ਹੀ ਚੱਲੇਗਾ। ਸੋ ਸੰਤ ਮਹਾਰਾਜ ਨੂੰ ਮਹਾਂਪੁਰਸ਼ਾਂ ਦੀ ਹੋਂਦ ਵਿੱਚ ਸਾਰਿਆਂ ਸੰਗਤਾਂ 'ਚ ਦਸਤਾਰ ਦਿੱਤੀ। ਮੈਂ ਸਮਝਦਾ ਉਹਨਾਂ ਨੇ ਉਸ ਸਾਰੇ ਭੇਖ ਦੀ ਔਰ ਸੰਤ ਨਾਰ ਸਿੰਘ ਦੀ ਔਰ ਸਾਡੀ ਪੱਗ ਦੀ ਏਡੀ ਵੱਡੀ ਲਾਜ ਰੱਖੀ ਆ। ਇਤਨੇ ਵੱਡੇ ਸਮਾਧ, ਬਾਬੇ ਢੰਡੇ ਦੀ ਸਮਾਧ, ਮਹਾਂਪੁਰਸ਼ਾਂ ਦੀ ਸਮਾਧ, ਆ ਕਿੱਡਾ ਬਵਦੀਆ ਹਾਲ ਔਰ ਕਿਤਨੀ ਤਰੱਕੀ ਕੀਤੀ ਹੈ। ਔਰ ਬਹੁਤ ਕੀਰਤਨ ਨਾਲ ਸੰਗਤਾਂ ਨੂੰ ਜੋੜ ਰਹੇ ਨੇ, ਗੁਰਬਾਣੀ ਨਾਲ ਜੋੜ ਰਹੇ ਨੇ, ਬੱਚਿਆਂ ਨੂੰ ਪੜ੍ਹਾ ਰਹੇ ਨੇ। ਮੈਂ ਕਾਮਨਾ ਕਰਦਾ ਵੀ ਇਹਨਾਂ ਦੀ ਉਮਰ ਲੰਬੀ ਹੋਵੇ, ਭੇਖ ਦੀ ਸੇਵਾ ਕਰਨ, ਸੰਗਤਾਂ ਦੀ ਸੇਵਾ ਕਰਨ, ਗੁਰਬਾਣੀ ਦਾ ਜਾਪ ਕਰਨ ਔਰ ਜਪਾਉਂਦੇ ਰਹਿਣ। ਇੰਨੀਆਂ ਕੁ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ। ਔਰ ਮੈਨੂੰ ਖੁਸ਼ੀ ਹੁੰਦੀ ਹੈ, ਅੱਜ ਮੈਂ ਕਮਰੇ 'ਚ ਗਿਆ, ਮੈਂ ਕਿਹਾ ਮੈਨੂੰ ਐਵੇਂ ਲੱਗਦਾ ਹੈ ਵੀ ਮੇਰੇ ਬੜੇ ਭਰਾ ਦਾ ਘਰ ਹੈ ਅਤੇ ਮੈਂ ਬੜੇ ਭਰਾ ਦੇ ਘਰ ਹੈ। ਕਹਿੰਦੇ ਹੈ ਨਹੀਂ। ਮੈਂ ਕਿਹਾ ਘਰ ਤਾਂ ਉਹਦਾ ਹੀ ਸੀ ਅਤੇ ਉਹਦੇ ਘਰ ਹੀ ਮੈਂ ਇੱਦਾਂ ਹੀ ਆਉਂਦਾ ਸੀ। ਤਾਂ ਅੱਜ ਮੈਨੂੰ ਕੋਈ ਵਿਸ਼ੇਸ਼ ਐਂ ਹੋ ਰਿਹਾ ਵੀ ਮੈਂ ਬੜੇ ਭਰਾ ਕੋਲ ਆਇਆ ਅਤੇ ਕੁਝ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਇੰਨੇ ਸ਼ਬਦ ਕਹਿੰਦਾ ਖਿਮਾ ਚਾਹੁੰਦਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,